ਅੱਜ ਆਪਾਂ 517 ਅੰਗ ਤੋਂ ਗਿਆਨ ਸ਼ੁਰੂ ਕਰਨ ਲੱਗੇ ਹਾਂ ਜੀ। ਇਹ ਗੌੜੀ ਰਾਗ ਦੇ ਵਿੱਚ ਤੀਸਰੀ ਪਾਤਸ਼ਾਹੀ ਦੀ ਜਿਹੜੀ ਵਾਰ ਲਈ ਸੀਗੀ ਆਪਾਂ ਨੇ, ਉਹਦੀ ਆਖਰੀ ਪੌੜੀ ਲੈ ਰਹੇ ਹਾਂ ਜੀ। ਇਸ ਤੋਂ ਪਹਿਲਾਂ ਮਹਾਰਾਜ ਨੇ ਗੋਰਖੀ ਸਾਹਿਬ ਆਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੋਰਖੀ ਸਾਹਿਬ ਨਜੇ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟਾਈਮ ਹੋ ਗਿਆ ਜੀ ਸੰਗਤ ਜੀ, ਹੁਣ ਨਾ ਫਤਿਹ ਬੁਲਾਏ। ਆਪਾਂ ਆਖਰੀ ਪੌੜੀ ਵਾਰ ਦੀ ਲੈ ਰਹੇ ਹਾਂ ਜੀ, ਗੌੜੀ ਰਾਗ ਦੀ ਤੀਸਰੀ ਪਾਤਸ਼ਾਹੀ ਦੀ ਵਾਰ, ਅੰਗ 517 517। ਇਸ ਤੋਂ ਪਹਿਲਾਂ ਮਹਾਰਾਜ ਨੇ ਜਿਹੜਾ ਹੈਗਾ ਆਪਾਂ ਨੂੰ ਗਿਆਨ ਦਿੱਤਾ ਸੀਗਾ, ਇਸ ਤੋਂ ਪਹਿਲਾਂ 21ਵੀਂ ਪੌੜੀ ਦੇ ਵਿੱਚ, ਕਿ ਜੇ ਤੂੰ ਇਸ ਸੰਸਾਰ ਜੋ ਮਾਲਕ ਪਰਮਾਤਮਾ ਨੇ ਖੇਡ ਬਣਾਈ ਹੈ, ਜੋ ਜਿੱਥੇ ਤੈਨੂੰ ਭੇਜਿਆ ਆ, ਜੋ ਹੁਕਮ ਹੈ ਮਾਲਕ ਪਰਮਾਤਮਾ ਦਾ, ਮਨੁੱਖੀ ਜੂਨ ਤੈਨੂੰ ਦਿੱਤੀ ਆ, ਤੇਰੀ ਵਾਰੀ ਆ ਗਈ ਤੇ ਪਿਆਰਿਆ ਆਪਣੇ ਖੇਤ ਦੀਆਂ ਜਿਹੜੀਆਂ ਹੈਗੀਆਂ ਵੱਟਾਂ ਉੱਚੀਆਂ ਕਰ ਲਾ, ਤੇ ਆਪਣੀ ਜਿਹੜੀ ਹੈਗੀ ਡਿਮਾਂਡ, ਜਿਹੜੀ ਹੈਗੀ ਆਪਣੀ ਚੁਆਇਸ, ਉਹ ਕੀਮਤੀ ਚੀਜ਼ ਦੀ ਚੁਆਇਸ ਕਰ, ਆਪਣੀ ਸਭ ਤੋਂ ਕੀਮਤੀ ਵਸਤੂ ਉਹਨੂੰ ਵਿਹਾਜ। ਉਸ ਤੋਂ ਇਲਾਵਾ ਜਿਹੜਾ ਹੈ ਜੋ ਵੀ ਮਾਇਆ ਦੁਨੀਆ ਬਾਕੀ ਜੋ ਵੀ ਹੈ, ਉਹ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਉਹ ਜਾਲ ਵਿਛਾਇਆ ਹੋਇਆ ਆਪਾਂ ਨੂੰ। ਮੱਛੀ ਨੂੰ ਜਿਵੇਂ ਜਿਹੜਾ ਹੈਗਾ ਉਹ ਸਵਾਦ ਦੇ ਕਾਰਨ ਜਿਹੜਾ ਹੈਗਾ ਮੱਛੀ ਫਸਦੀ ਹੈ, ਤੇ ਇਹਦੇ ਵਿੱਚ ਜਿਹੜਾ ਹੈਗਾ ਮਾਲਕ ਨੇ ਜੋ ਵੀ ਸਿਰਫ ਸਵਾਦ ਪਾਏ ਹੋਏ ਪਦਾਰਥਾਂ ਦੇ ਵਿੱਚ, ਜੇ ਇਹਦੇ ਵਿੱਚੋਂ ਜੇ ਆਪਾਂ ਚਾਹੀਏ ਕਿ ਇਹਦੇ ਵਿੱਚੋਂ ਜਿਹੜਾ ਹੈਗਾ ਅਸਲੀ ਜਿਹੜੀ ਹੈਗੀ, ਜਿਹੜੀ ਚੀਜ਼ ਆਪਾਂ ਨੂੰ ਸੰਤੋਸ਼ ਸੈਟੀਸਫਾਈ ਕਰੂਗੀ, ਜਿਹੜੀ ਚੀਜ਼ ਰੱਜ ਲਿਆਊਗੀ, ਜਿਹੜੀ ਚੀਜ਼ ਦੇ ਨਾਲ ਸਾਡੀਆਂ ਇੱਛਾਵਾਂ ਜਿਹੜੀਆਂ ਹੈਗੀਆਂ, ਇੱਛਾ ਪੂਰੀ ਹੋਏਗੀ, ਸਾਡੀ ਜੋ ਸਾਡੀ ਦੌੜ ਹੈ ਉਹ ਖਤਮ ਹੋਏਗੀ, ਇਹ ਗਤੀ ਜਿਹੜੀ ਰੁਕੇਗੀ, ਤਾਂ ਉਹ ਚੀਜ਼ ਪਰਮੇਸ਼ਰ ਦਾ ਨਾਮ ਹੈਗਾ। ਤੇ ਉਹਦੇ ਵਾਸਤੇ ਮਾਲਕ ਦੇ ਕੋਲ ਅਰਦਾਸ ਕਰਨੀ ਪਊਗੀ, ਤੇ ਉਹ ਮਾਲਕ ਪਰਮਾਤਮਾ ਬਖਸ਼ਿਸ਼ ਕਰੂਗਾ ਤੇ ਆਪਾਂ ਨੂੰ ਗਿਆਨ ਦਊਗਾ, ਗੁਰੂ ਮਿਲਾਊਗਾ, ਬ੍ਰਹਮ ਗਿਆਨੀ ਮਿਲਾਊਗਾ। ਔਰ ਜੋ ਇਹ ਜਾਲ ਪਾਇਆ ਮਾਲਕ ਪਰਮਾਤਮਾ ਨੇ ਮਾਇਆ ਦਾ, ਆਸਾ ਮਨਸਾ ਬੰਧ ਨਹੀਂ ਪਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਪਾਈ, ਬਿਨ ਸੇ ਨਾਮ ਵਿਸਾਰੀ। ਇਹ ਜਾਲ ਜਿਹੜਾ ਆਸਾ ਔਰ ਮਨਸਾ ਮਨ ਦੇ ਵਿੱਚ ਇੱਛਾਵਾਂ ਪੈਦਾ ਹੁੰਦੀਆਂ, ਪਦਾਰਥ ਦੁਨੀਆ ਦੇ, ਆਕਾਰ, ਚੋਗਾ, ਇਹਨੂੰ ਦੇਖ ਕੇ ਇਹਨੂੰ ਭੋਗਣ ਦੀ, ਇਹਨੂੰ ਖਾਣ ਦੀ, ਇਹਨੂੰ ਪੀਣ ਦੀ, ਇਹਨੂੰ ਦੇਖਣ ਦੀ, ਇਹਨੂੰ ਹੰਡਾਉਣ ਦੀ, ਤੇ ਇਹ ਜਿਹੜੀਆਂ ਹੈਗੀਆਂ ਇਹ ਇੱਛਾਵਾਂ, ਜੇ ਆਪਾਂ ਚਾਹੁੰਦੇ ਹਾਂ ਇਹ ਖਤਮ ਹੋਣ, ਇਹ ਜਾਲ ਚੋਂ ਨਿਕਲੀਏ, ਇਹ ਚਿੰਤਾਵਾਂ ਤੋਂ, ਤੇ ਭਾਈ ਇਹ ਚਿੰਤਾਵਾਂ ਤੋਂ ਨਿਕਲਣ ਦਾ ਇੱਕੋ ਇੱਕ ਰਸਤਾ ਹੈਗਾ, ਜੇ ਆਪਾਂ ਆਪਣੇ ਮਨ ਨੂੰ ਜਿਹੜਾ ਹੈਗਾ, ਕਿਉਂਕਿ ਇਹ ਮਨ ਨੂੰ ਹੀ ਫੜਦੀਆਂ ਆ, ਇਹ ਸਾਰੀਆਂ ਗਿਆਨ ਇੰਦਰੀਆਂ ਦੇ ਥਰੂ ਜਿਹੜਾ ਹੈਗਾ ਆਪਾਂ ਇਹਨਾਂ ਤ੍ਰਿਸ਼ਨਾਵਾਂ ਦੇ ਥਰੂ ਪਦਾਰਥਾਂ ਦੇ ਨਾਲ ਆਪਾਂ ਜਿਹੜੇ ਹੈਗੇ ਫਸਦੇ ਹਾਂ। ਤੇ ਇਹਦੇ ਵਾਸਤੇ ਜੇ ਨਿਕਲਣਾ ਚਾਹੁੰਦੇ ਆ, ਤੇ ਇਸ ਮਨ ਨੂੰ ਆਪਾਂ ਨੂੰ ਜਿਹੜਾ ਹੈਗਾ ਮਨ ਦੇ ਉੱਤੇ ਹੀ ਵਰਕਆਊਟ ਕਰਨਾ ਪਊਗਾ। ਇਹ ਚਿੰਤਾ ਛੱਡ ਅਚਿੰਤ ਰਹੋ, ਨਾਨਕ ਲਗ ਪਾਈ। ਹੁਣ ਇਸ ਤੋਂ ਅੱਗੇ ਜਿਹੜਾ ਹੈਗਾ ਆਖਰੀ ਪੌੜੀ, ਸ਼ਲੋਕ ਮਹਲਾ ਤੀਜਾ। ਆਸਾ ਕਰਤਾ ਜਗ ਮੁਆ, ਆਸਾ ਮਰੇ ਨਾ ਜਾਏ। ਕਹਿੰਦੇ ਸੰਸਾਰ ਦੇ ਜੀਵ, ਆਪਾਂ ਇਨਸਾਨ ਦੀ ਜੂਨ ਲਈਏ, ਇਨਸਾਨ ਦੀ ਗੱਲ ਕਰੀਏ, ਆਸਾ ਕਰਦਾ ਹੈ। ਆਸ
ਪਹਿਲਾਂ ਇੱਛਾ ਪੈਦਾ ਹੋਈ, ਫਿਰ ਆਸ ਹੋ ਜਾਂਦੀ ਹੈ, ਉਹਦੀ ਪੂਰਤੀ ਦੀ ਆਸ। ਆਸਾ ਕਰਤਾ ਜਗ ਮੂਹਾ, ਇਹ ਆਸਾਂ ਖਤਮ ਨਹੀਂ ਹੁੰਦੀਆਂ, ਇੱਛਾਵਾਂ ਖਤਮ ਨਹੀਂ ਹੁੰਦੀਆਂ। ਇਨਸਾਨ ਜਿਹੜਾ ਹੈਗਾ ਉਹਦੀ ਜਰਨੀ ਐਂਡ ਹੋ ਜਾਂਦੀ ਹੈ, ਆਪਣਾ ਸਮਾਂ ਟਾਈਮ ਆਊਟ ਹੋ ਜਾਂਦੇ, ਆਪਾਂ ਜਿਹੜੇ ਹੈਗੇ ਸਮੇਂ ਤੋਂ ਬਾਹਰ ਹੋ ਜਾਂਦੇ, ਸਮਾਂ ਖਤਮ ਹੋ ਜਾਂਦਾ। ਆਸਾ ਕਰਤਾ ਜਗ ਮੂਹਾ, ਆਸਾ ਮਰੇ ਨਾ ਜਾਏ। ਇਹ ਆਸਾ ਜਿਹੜੀ ਜਾਂਦੀ ਨਹੀਂ, ਖਤਮ ਹੀ ਨਹੀਂ ਹੁੰਦੀ, ਨਾ ਇਹ ਪੂਰੀਆਂ ਕਰ ਕਰਕੇ ਕਿਤੇ ਇਹ ਜਿਹੜੀਆਂ ਆਪਾਂ ਰੱਜਦੇ ਹੀ ਹੈਗੇ ਆ ਇਹਨਾਂ ਤੋਂ। ਆਸਾ ਕਰਤਾ ਜਗ ਮੂਹਾ, ਆਸਾ ਮਰੇ ਨਾ ਜਾਏ, ਨਾਨਕ ਆਸਾ ਪੂਰੀਆਂ ਸੱਚੇ ਸਿਉ ਚਿੱਤ ਲਾਏ। ਆਸਾ ਜਿਹੜੀਆਂ ਹੈਗੀਆਂ ਪੂਰੀਆਂ ਵੀ ਹੋ ਜਾਣਗੀਆਂ, ਖਤਮ ਹੋ ਜਾਣਗੀਆਂ, ਔਰ ਗਾਹਾਂ ਜਿਹੜੀਆਂ ਹੈਗੀਆਂ ਇੱਛਾਵਾਂ ਜਿਹੜੀਆਂ ਹੈਗੀਆਂ ਆਪਣੀਆਂ ਜਿਹੜੀਆਂ ਹੈਗੀਆਂ ਉਹ ਪੈਦਾ ਹੀ ਨਹੀਂ ਹੋਣਗੀਆਂ ਪਾਏ, ਜੇ ਆਪਾਂ ਆਪਣਾ ਚਿੱਤ ਜਿਹੜਾ ਹੈਗਾ ਉਹ, ਜੇ ਆਪਣੇ ਵਿਚਾਰ ਜਿਹੜੇ ਹੈਗੇ ਆਪਾਂ ਉਹਨਾਂ ਨੂੰ ਬੰਦ ਕਰੀਏ, ਉਹ ਸੱਚੇ ਦੇ ਨਾਲ, ਉਸ ਮਾਲਕ ਪਰਮਾਤਮਾ ਦੇ ਨਾਲ ਉਹਦਾ ਧਿਆਨ ਕਰੀਏ ਆਪਾਂ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਵਿਚਾਰ ਸ਼ੂਨਯ ਹੈਗਾ, ਤੇ ਜੇ ਆਪਾਂ ਉਹਦਾ ਧਿਆਨ ਕਰਨਾ ਸਿੱਖ ਲਈਏ ਤੇ ਆਸਾਂ ਪੂਰੀਆਂ ਹੋ ਜਾਣਗੀਆਂ। ਹਾਂਜੀ ਵੀਰ ਜੀ। ਹਾਂਜੀ, ਦੇਖੋ ਸਾਧ ਸੰਗਤ ਜੀ, ਕੱਲ ਵੀ ਵਿਚਾਰ ਦੇਖੀ ਤੇ ਉਹ ਕਹਿ ਰਹੇ ਸੀ ਕਿ ਅੱਜ ਫੇਰ ਆਵਾਜ਼ ਕਰਾਉਣ ਦਾ ਵੀ ਮੈਂ ਬੰਦ ਕਰ ਦਿੰਦਾ ਜੀ। ਤੇ ਨਹੀਂ ਕੋਈ, ਹਾਂ ਫੇਰ ਟਕਰਾਈ ਕੋਈ ਕਿਸੇ ਵੀਡੀਓ ਆਨ ਹੈ ਜੀ, ਬੰਦ ਕਰਿਓ ਪਲੀਜ਼। ਪਲੀਜ਼ ਜਿਹਦੀ ਵੀਡੀਓ ਆਨ ਹੈ ਉਹਨਾਂ ਦਾ ਨਾਮ ਲੈ ਦਿਓ ਨਾ। ਇਹਨਾਂ ਵੀਡੀਓ ਤਾਂ ਹੁਣ ਹੋ ਗਈ ਬੰਦ, ਪਰ ਉਹ ਮੁਸ਼ਕਿਲ ਹੈ। ਦੇਖੋ ਕੱਲ ਉਹ ਕਹਿ ਰਹੇ ਸੀ ਕਿ ਸਭ ਤੋਂ ਪਹਿਲਾਂ ਕਿ ਤੁਸੀਂ ਅਰਦਾਸ ਕਰ ਸਕਦੇ ਜੋ ਪਰਮਾਤਮਾ ਦੇ ਗਾੜੀ, ਤੇ ਇੱਕ ਉਹਨਾਂ ਨੇ ਕਿਹਾ ਕਿ ਚਿੰਤਾ ਦਾ ਤਿਆਗ ਹੀ ਕਰਨਾ ਹੈ, ਤੇ ਉਹਦੇ ਲਈ ਵੀ ਤੁਹਾਨੂੰ ਬੰਦਗੀ ਕਰਨੀ ਪਊਗੀ, ਚਿੰਤਾ ਤੋਂ ਮੁਕਤੀ ਦੇ ਲਈ ਵੀ ਭਗਤੀ ਹੀ ਚਾਹੀਦੀ ਹੈ। ਫਿਰ ਕਹਿੰਦੇ ਨੇ ਕਿ ਜੀਵ ਜੰਤ ਜਿਹੜੇ ਹੈਗੇ ਨੇ ਇਹਦੇ ਵਿੱਚ ਪਰਮਾਤਮਾ ਹੀ ਹੈਗਾ, ਕਿਸੇ ਰੂਪ 'ਚ ਵੀ ਲਾ ਲਓ। ਪਰ ਇੱਕ ਚੀਜ਼ ਦੇਖਣ 'ਚ ਆਉਂਦੀ ਹੈ, ਤੁਸੀਂ ਸਾਰੇ ਇਸ ਚੀਜ਼ ਨੂੰ ਸਮਝਦੇ ਜੋ ਅੱਜ ਤੋਂ 30-35 ਸਾਲ ਪਹਿਲਾਂ ਜਿਹੜਾ ਇਨਸਾਨ ਦਾ ਸਟੈਂਡਰਡ ਸੀ ਕੁਝ ਜ਼ਿਆਦਾ ਸੀ। ਬੇਸ਼ੱਕ ਉਹਦੇ ਕੋਲ ਪਦਾਰਥ ਘੱਟ ਸੀ, ਤੇ ਇਨਸਾਨ ਹਿਰਦੇ ਤੌਰ ਤੇ ਤੁਹਾਡੀ ਆਵਾਜ਼ ਬੰਦ ਹੋ ਗਈ ਗੋਰਖੀ ਸਾਹਿਬ, ਮਾਈਕ ਇਨਸਾਨ ਇੱਕ ਦੂਜੇ ਦੀ ਹੈਲਪ ਕਰਨਾ ਚਾਹੁੰਦਾ ਸੀ। ਬੇਸ਼ੱਕ ਇਨਸਾਨ ਕੋਲ ਘੱਟ ਸੋਰਸ ਸਨ, ਘਰ ਓਡੇ ਵਧੀਆ ਨਹੀਂ ਸਨ, ਮੇਲ ਮਿਲਾਪ ਬਹੁਤ ਜ਼ਿਆਦਾ ਸੀ। ਹੁਣ ਜਿਵੇਂ ਜਿਵੇਂ ਸਾਡੇ ਕੋਲ ਪਦਾਰਥ ਵੱਧਦੇ ਪਏ ਨੇ, ਅਸੀਂ ਅੰਦਰੋਂ ਆਤਮਿਕ ਤੌਰ ਤੇ ਬਹੁਤ ਗਰੀਬ ਹੋ ਗਏ। ਇਹ ਚੀਜ਼ ਨੂੰ ਤੁਸੀਂ ਧਿਆਨ ਦਿਓਗੇ ਤੇ ਤੁਹਾਨੂੰ ਪਤਾ ਲੱਗੇਗਾ। ਹੋਣਾ ਤੇ ਚਾਹੀਦਾ ਸੀ ਕਿ ਸਾਡੇ ਜੀਵਨ ਦਾ ਜਿਹੜਾ ਪੈਮਾਨਾ ਸੀ ਉੱਚਾ ਹੋਣਾ ਚਾਹੀਦਾ ਸੀ। ਜੇਕਰ ਸਾਨੂੰ ਜ਼ਿਆਦੀਆਂ ਫੈਸਿਲਿਟੀਆਂ ਮਿਲ ਗਈਆਂ, ਬੈਟਰ ਇਨਸਾਨ ਆਉਣੇ ਚਾਹੀਦੇ ਸੀ ਥੋੜੇ ਜਿਹੇ ਵਧੀਆ, ਕਿਉਂਕਿ ਹੁਣ ਆਪਾਂ ਇਸ ਪੋਜੀਸ਼ਨ 'ਚ ਹੈਗੇ ਆ, ਇੱਕ ਦੂਜੇ ਦੀ ਹੈਲਪ ਕਰ ਸਕਦੇ। ਪਰ ਜਿਵੇਂ ਜਿਵੇਂ ਆਪਾਂ ਤਰੱਕੀ ਕਰ ਰਹੇ ਹਾਂ, ਸਾਡਾ ਜਿਹੜਾ ਅਧਿਆਤਮਿਕ ਜਿਹੜਾ ਸਟੈਂਡਰਡ ਹੈ ਉਹ ਡਾਊਨ ਹੋ ਰਿਹਾ। ਆਪ ਜਸਟ ਫੀਲ ਕਰੋ ਕਿ ਮਾਇਆ ਕਿੰਨੀ ਪਾਵਰਫੁਲ ਹੈ। ਇਹਦੇ ਨਾਲ ਜਦੋਂ ਇਹਦੇ ਨਾਲ ਆਪਾਂ ਰਹਿੰਦੇ ਹਾਂ, ਆਪਾਂ ਜੀਵਨ ਬਤੀਤ ਕਰਦੇ ਹਾਂ ਤੇ ਪ੍ਰਭਾਵ ਪੈਂਦਾ। ਹੁਣ ਆਹ ਜਿਹੜੀ ਗੱਲ ਕਰਦੇ ਪਹਿਲੇ ਜੀਆ ਜੰਤ ਸਭ ਤੇ ਇਹ ਨਹੀਂ ਸੱਚ। ਆਸਾ ਕਰਤਾ ਜਗ ਮੂਆ, ਆਸਾ ਮਰੇ ਨਾ ਜਾਏ। ਮਰੇ ਕਿ ਮਾਰੇ? ਮਰੇ। ਆਸਾ ਮਰਾ ਨਾ ਜਾਏ, ਮਰਦੀ ਨਹੀਂ ਹੈ। ਹਾਂਜੀ, ਮਰ ਕੇ ਨਹੀਂ ਜਾਂਦੀ। ਹੁਣ ਤੁਸੀਂ ਦੇਖ ਲਓ, ਤੁਹਾਡਾ ਜੀਵਨ ਦਾ ਮਕਸਦ ਕੀ ਹੈ? ਪਹਿਲੀ ਗੱਲ, ਤੁਹਾਡੇ ਕੋਲ ਘਰ ਨਹੀਂ ਹੈ ਤੇ ਤੁਸੀਂ ਘਰ ਬਣਾਉਣ ਦੇ ਚੱਕਰ 'ਚ ਭੱਜੇ ਫਿਰਨਾ। ਘਰ ਆ ਗਿਆ ਤਾਂ ਉਸ ਤੋਂ ਵੱਡਾ ਘਰ। ਪਹਿਲੀ ਗੱਲ, ਵਿਆਹ ਨਹੀਂ ਹੋਣ ਦੇ, ਤੁਹਾਨੂੰ ਔਰਤ ਚਾਹੀਦੀ ਆ, ਮਰਦ ਚਾਹੀਦਾ। ਚਲੋ ਮਿਲ ਗਏ ਜੀਵਨ ਸਾਥੀ, ਫਿਰ ਬੱਚੇ ਚਾਹੀਦੇ, ਫਿਰ ਉਹਦੇ ਵਿੱਚ ਵੀ ਤੁਹਾਨੂੰ ਚੁਆਇਸ ਹੈਗੀ ਹੈ। ਤੁਸੀਂ ਕੋਈ ਜੈਂਡਰ ਵੇਂਦੇ ਜੋ ਕਿ ਮੈਨੂੰ ਆਪ ਚੀਜ਼ ਚਾਹੀਦੀ। ਇਸੇ ਤਰ੍ਹਾਂ ਬੰਦੇ ਦੀਆਂ ਇੱਛਾਵਾਂ ਜਿਹੜੀਆਂ ਨਾ ਉਹ ਲਗਾਤਾਰ ਨਦੀ ਸਾਹਿਬ ਬੰਦ ਕਰ ਦਿਓ ਮਾਈਕ ਇੱਕ ਮਿੰਟ।
ਮੇਰਾ ਤਾਂ ਨੈਟ ਸੁਰਿੰਦਰ ਕੋਈ ਸੁਰਿੰਦਰ ਨੇ ਜੀ, ਇਹਨਾਂ ਦਾ ਕੈਮਰਾ ਨਾ ਬਹੁਤ ਜ਼ਿਆਦਾ ਮਤਲਬ ਡਿਸਟਰਬ ਕਰ ਰਿਹਾ, ਇਹਨੂੰ ਬੰਦ ਕਰਵਾਓ ਪਲੀਜ਼। ਕੌਣ ਨੇ? ਸੁਰਿੰਦਰ ਸਿੰਘ ਜੀ, ਮੈਂ ਕੈਮਰਾ ਬੰਦ ਕਰ ਦਿੱਤੀ ਸੀ। ਤੇ ਇੱਕ ਇੱਛਾ ਜਿਹੜੀ ਹੈ ਨਾ, ਦੇਖੋ ਇਹ ਮ੍ਰਿਗ ਤ੍ਰਿਸ਼ਨਾ ਹੈ। ਮ੍ਰਿਗ ਤ੍ਰਿਸ਼ਨਾ ਦਾ ਮਤਲਬ ਹੈ ਕਿ ਮੈਂ ਨਹੀਂ ਕਹਿੰਦਾ ਕਿ ਆਪਾਂ ਇੱਛਾ ਨਹੀਂ ਕਰਨੀ ਹੈ, ਇਹ ਜੀਵਨ ਤੇ ਚਲਾਉਣਾ ਹੈ ਨਾ, ਜੀਵਨ ਨਹੀਂ ਰੁਕਣਾ। ਇਹ ਜੀਵਨ ਤੇ ਸੰਸਾਰ 'ਚ ਰਹਿੰਦੇ ਆ। ਹੁਣ ਜਿਹੜਾ ਸਾਡਾ ਸਰੀਰ ਆ, ਇਹਦੀਆਂ ਜ਼ਰੂਰਤਾਂ ਨੇ, ਉਹ ਜ਼ਰੂਰਤਾਂ ਥੋੜੀ ਹੁਣ ਬੰਦ ਹੋ ਜਾਣੀਆਂ। ਤੁਸੀਂ ਭਗਤੀ ਕਰੋਗੇ ਤੇ ਤੁਸੀਂ ਸੋਚੋਗੇ ਕਿ ਤਨ ਨੂੰ ਭੁੱਖ ਨਾ ਲੱਗੇ, ਏਦਾਂ ਤੇ ਪੋਸੀਬਲ ਹੀ ਨਹੀਂ ਨਾ। ਇਹ ਤਨ ਨੂੰ ਭੁੱਖ ਲੱਗਣੀ ਹੈ। ਇਹ ਤਨ ਨੂੰ ਕੱਪੜਾ ਵੀ ਚਾਹੀਦਾ ਹੈ, ਇਹ ਤਨ ਨੂੰ ਸੁੱਖ ਵੀ ਚਾਹੀਦਾ ਹੈ, ਇਹਨੂੰ ਘਰ-ਬਾਰ ਵੀ ਚਾਹੀਦਾ ਹੈ, ਇਹਦੇ ਆਲੇ ਦੁਆਲੇ 2-4 ਜੀਅ ਵੀ ਚਾਹੀਦੇ ਆ ਇਹਦੀ ਟੇਕ ਕੇਅਰ ਕਰਨ ਵਾਸਤੇ, ਠੀਕ ਹੈ। ਸੋ ਇੱਕ ਤੇ ਦੇਖੋ ਪਤਾ ਕੀ ਹੈ, ਪ੍ਰੋਬਲਮ ਇਹ ਆ ਕਿ ਇਹਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ ਆਪਾਂ ਕੀ ਕਰਦੇ ਕਿ ਜਿਹੜਾ ਤਰਾਜੂ ਹੈਗਾ ਨਾ ਉਹ ਧਰਮ ਦਾ, ਆਪਾਂ ਉਹਨੂੰ ਡਿਸਟਰਬ ਕਰ ਦਿੰਦੇ ਹਾਂ। ਹੁਣ ਸੰਸਾਰ ਦੁਖੀ ਕਿਉਂ ਆ? ਇਹਦੇ ਪਿੱਛੇ ਕਾਰਨ ਕੀ ਹੈ? ਬੰਦੇ ਤੇ ਛੱਡੋ, ਵੱਡੇ ਵੱਡੇ ਦੇਸ਼ ਬੇਈਮਾਨ ਹੋ ਗਏ ਨੇ। ਬਿਲਕੁਲ ਸਹੀ ਗੱਲ ਹੈ। ਜਿਹਦਾ ਹੱਕ ਖਾਣਾ ਚਾਹੁੰਦੇ ਨੇ, ਉਹ ਨਹੀਂ ਚਾਹੁੰਦੇ ਕਿ ਹਾਂਜੀ ਬਿਲਕੁਲ ਸਹੀ ਗੱਲ ਹੈ। ਦੇਸ਼ ਬੇਈਮਾਨ ਹੋ ਗਏ, ਇਹ ਬਹੁਤ ਵੱਡੀ ਗੱਲ ਹੈ ਗੁਰਕੀ ਸਾਹਿਬ, ਬਿਲਕੁਲ ਸਹੀ ਗੱਲ ਹੈ। ਹਾਂ, ਮੈਂ ਤੇ ਦੇਖਦਾ ਕਿ ਛੋਟਾ ਮੋਟਾ ਮੇਰੇ ਵਰਗਾ ਇੱਕ ਮਾਮੂਲੀ ਜਿਹਾ ਇਨਸਾਨ ਛੋਟੀ ਮੋਟੀ ਬੇਈਮਾਨੀ ਕਰੇ ਨਾ ਤਾਂ ਕੋਈ ਗੱਲ ਨਹੀਂ, ਦੇਸ਼ ਬੇਈਮਾਨ ਹੋ ਗਏ ਨੇ। ਛੋਟੇ ਦੇਸ਼ ਜਿਹੜੇ ਕਮਜ਼ੋਰ ਦੇਸ਼ ਆ, ਉਹਨਾਂ ਕੋਲ ਤੇਲ ਹੈਗਾ, ਉਹਨਾਂ ਕੋਲ ਕੋਲਾ ਹੈਗਾ, ਜਾਂ ਉਹਨਾਂ ਕੋਲ ਹੋਰ ਸੋਰਸ ਹੈਗੇ ਆ। ਜਿਹੜਾ ਤਗੜਾ ਦੇਸ਼ ਹੈ ਉਹ ਤੇ ਕਬਜ਼ਾ ਕਰ ਲੈਂਦਾ। ਫਿਰ ਉਹਨੇ ਐਗਰੀਮੈਂਟ ਕਰਦਾ ਹੈ ਕਿ ਇੱਥੇ ਮੈਂ ਏਦਾਂ ਕਰਦਾ ਕਿ 60-70% ਮੈਂ ਲਵਾਂਗਾ, 20-25% ਤੈਨੂੰ ਦੇਵਾਂਗਾ। ਸੋ ਇਦਾਂ ਦੀ ਗੇਮ ਘੁਮਾ ਲੈਂਦੇ ਨੇ ਲੋਕ। ਤੇ ਆਪਾਂ ਤੇ ਬਹੁਤ ਛੋਟੇ ਲੈਵਲ ਤੇ ਜੀਵਨ ਬਤੀਤ ਕਰਦੇ ਹਾਂ, ਪਰ ਇੱਥੇ ਇਹ ਵੀ ਗੱਲ ਕਲੀਅਰ ਕਰਨਾ ਚਾਹੁੰਦਾ ਹੈ ਕਿ ਜਿਹੜੇ ਦੇਸ਼ ਬੇਈਮਾਨ ਹੋ ਜਾਂਦੇ ਨੇ ਨਾ, ਉਹਨਾਂ ਦੇਸ਼ਾਂ ਦੇ ਵਿੱਚ ਜੇਕਰ ਗਲਤ ਪੈਸਾ ਜਾਂਦੇ ਆ, ਕਿਸੇ ਗਰੀਬ ਦੇਸ਼ ਦਾ ਪੈਸਾ ਜਾਂਦੇ ਆ, ਜੋ ਆਪ ਵਿਚਾਰੇ ਚੱਪਲਾਂ ਵੀ ਨਹੀਂ ਪਾ ਸਕਦੇ, ਉਹਨਾਂ ਦੇ ਲਈ ਚੰਗਾ ਨਹੀਂ ਹੈ। ਕਿਉਂਕਿ ਉਹ ਅੰਨ ਤੇ ਉਹੀ ਖਾ ਰਹੇ ਨਾ। ਏਦਾਂ ਫਿਰ ਤੇ ਗੜਬੜ ਹੋ ਜੂ ਨਾ। ਹੁਣ ਦੇਸ਼ ਨੇ ਗੜਬੜ ਕੀਤੀ ਹੈ ਤੇ ਜਨਤਾ ਤੇ ਵੀ ਪ੍ਰਭਾਵ ਪੈਣਾ ਉਹਦਾ। ਹੁਣ ਇੱਕ ਜ਼ਹਿਰ ਹੈ, ਇੱਕ ਜ਼ਹਿਰ ਤੁਹਾਡੀ ਸਬਜ਼ੀ 'ਚ ਜ਼ਹਿਰ ਪਾਤਾ ਹੈ, ਉਹ ਜਿੰਨੇ ਖਾਣੀ ਆ ਉਹਦੇ ਤੇ ਅਸਰ ਹੋਣਾ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਫ੍ਰੀ ਲੈ ਜਾਓ ਚੁੱਕ ਕੇ। ਹਾਂ ਬਿਲਕੁਲ ਸਹੀ ਹੈ, ਅਸਰ ਹੋਏਗਾ, ਜ਼ਰੂਰ ਹੋਏਗਾ। ਹਾਂ, ਇਹ ਬੜੀ ਗੱਲ ਜੇ। ਇਹ ਜਿੱਥੇ ਉਹ ਚੀਜ਼ ਜਾਏਗੀ ਉਹਦੇ ਵਿੱਚ ਔਗਣ ਆ। ਬਿਲਕੁਲ, ਜਿਹਾ ਅੰਨ ਤੇਹਾ ਮਨ। ਹਾਂ, ਹੁਣ ਅੰਨ ਕੀਤਾ ਕਿਹੋ ਜਿਹਾ ਲੈ ਆਂਦਾ ਬੰਦੇ ਨੇ। ਹੁਣ ਜਿਹੜੇ ਦੇਸ਼ ਨੇ ਮਾੜਾ ਅੰਨ ਲੈ ਕੇ ਆਪਣੇ ਕੋਲ ਰੱਖ ਲਿਆ, ਬੰਦੂਕਾਂ ਉਹਦੇ ਕੋਲ ਹਥਿਆਰ ਨੇ, ਤੇ ਜਿਹੜਾ ਉਹ ਦੇਸ਼ ਹੈਗਾ ਉਹ ਵਿਚਾਰੇ ਕੋਲ ਨੇ ਸੋਰਸ ਹੀ ਨਹੀਂ ਹੈਗੀ, ਕਿਤੇ ਚ ਨਹੀਂ ਖੜ ਸਕਦਾ। ਤੇ ਫਿਰ ਬੜੀ ਪ੍ਰੋਬਲਮ ਹੋ ਜਾਂਦੀ ਹੈ। ਇਹ ਫਿਰ ਗੁੰਡੇ ਵਾਂਗੂ ਨਾ ਇੱਕ ਯੂਨੀਅਨ ਬਣਾ ਲੈਂਦੇ ਨੇ। ਇਹ ਵੇਖਿਆ ਨਹੀਂ ਹੈ UNO ਵਗੈਰਾ, ਇਹ ਕੀ ਹੈ? ਇਹ ਸਭ ਇਹਨਾਂ ਕੀਤਾ ਕਿ ਫਿਰ ਇਹ ਜਿੱਦਾਂ ਇੱਕ ਤਗੜੇ ਬੰਦੇ ਨਾਲ ਲੜਨਾ ਹੋਵੇ ਤੇ 5-6 ਜਿਹੜੇ ਮਾੜੇ ਜੁੜ ਜਾਂਦੇ, ਇਕੱਠੇ ਹੋ ਜਾਂਦੇ ਆ, ਫਿਰ ਤਗੜੇ ਨਾਲ ਟੱਕਰ ਲੈ ਲੈਂਦੇ ਆ। ਇਸੇ ਕਰਕੇ ਇਹਨਾਂ ਲੋਕਾਂ ਨੇ ਬੜੀ ਗੇਮ ਕਮਾਈ। ਉਹਦੇ ਨਾਲ ਕੀ ਹੋਇਆ ਕਿ ਸਾਡੇ ਅੰਦਰ ਨਾ ਧਰਮ ਦਾ ਜਿਹੜਾ ਤਰਾਜੂ ਆ ਉਹ ਹਿੱਲ ਗਿਆ। ਚਲੋ ਆਪਾਂ ਇਹਨਾਂ ਨੂੰ ਛੱਡੀਏ, ਜਦੋਂ ਆਪਾਂ ਬਦਲ ਗਏ ਤੇ ਇਹ ਵੀ ਬਦਲ ਜਾਣਗੇ, ਸਾਡੇ ਤੋਂ ਵੱਖਰੇ ਨਹੀਂ। ਆਪਣੀ ਜੋ ਕੋਸ਼ਿਸ਼ ਹੈ ਨਾ ਇਸ ਟਾਈਮ, ਜੋ ਮੇਰੀ ਕੋਸ਼ਿਸ਼ ਕਿਤੇ ਕੋਈ ਸਰਕਾਰੀ ਹਸਪੀਟਲ ਬਣਾਉਣ ਦੀ ਨਹੀਂ ਆ, ਨਾ ਕੋਈ ਸਕੂਲ ਖੋਲਣ ਦੀ ਹੈ ਕਿ ਕੱਲ ਨੂੰ ਤੁਸੀਂ ਚੜਾਓ ਤੇ ਆਪਾਂ ਇੱਥੇ ਸਕੂਲ ਬਣਾ ਦਈਏ, ਕਾਲਜ ਨਹੀਂ। ਇਹ ਨਹੀਂ ਕੰਮ ਕਰਨਾ, ਇੱਥੋਂ ਆਪਾਂ ਹਟ ਕੇ ਕੰਮ ਕਰਨਾ। ਆਪਾਂ ਇਨਸਾਨ ਬਦਲਨੇ। ਕੰਮ ਤੁਸੀਂ ਕਰੋ ਆਪੋ ਆਪਣੇ, ਪਰ ਤੁਹਾਡੇ ਅੰਦਰ ਜਿਹੜਾ ਲੈਵਲ ਹੈ ਉਹਨੂੰ ਅਪਗ੍ਰੇਡ ਕਰ ਦਿਓ। ਦੇਖੋ ਇਹ ਸੰਸਾਰ ਸਾਡੇ ਤੋਂ ਵੱਖ ਨਹੀਂ। ਆਪਾਂ 60-70 ਬੰਦੇ ਆ ਨਾ, ਕੋਈ ਥੋੜੇ ਨਹੀਂ ਹੁੰਦੇ। 60-70 ਬੰਦੇ ਜਦੋਂ ਜਾਗੇ ਹੋਏ ਇਨਸਾਨ ਜਦੋਂ ਸੰਸਾਰ ਤੇ ਘੁੰਮਣਗੇ ਨਾ, ਇਹਦਾ ਪ੍ਰਭਾਵ ਪੈਣਾ ਹੀ ਪੈਣਾ। ਕਿਉਂ ਪੈਣਾ ਹੈ? ਕਿਉਂਕਿ ਸੱਚ ਬਹੁਤ ਪਾਵਰਫੁਲ ਹੈ। ਸੱਚ ਜਦੋਂ ਵੀ ਪ੍ਰਗਟ ਹੁੰਦਾ ਹੈ ਨਾ, ਬੜਾ ਪਾਵਰਫੁਲ ਹੈ। ਆਪਾਂ ਇਕੱਲੇ ਥੋੜੀ ਰਹਿ ਗਏ ਆ, ਆਪਣੇ ਨਾਲ ਸੱਚ ਵੀ ਤਾਂ ਪ੍ਰਗਟ ਹੋ ਰਿਹਾ ਨਾ। ਸੱਚ ਵੀ ਤੇ ਚਾਹੁੰਦਾ ਆਪਣੇ ਆਪ ਨੂੰ ਆਇਡੈਂਟੀਫਾਈ ਕਰਨਾ ਚਾਹੁੰਦਾ ਕਿ ਜੇ ਮੈਂ ਗੇਮ ਪਾਈ ਆ, ਇਹਦੇ ਚ ਕੋਈ ਏਦਾਂ ਦਾ ਬੰਦਾ ਹੋਵੇ ਜਿਹੜਾ ਮੈਨੂੰ ਡਿਸਕਵਰ ਕਰੇ, ਮੈਨੂੰ ਲੱਭ ਲੇ। ਔਰ ਇਹ ਸੰਸਾਰ ਨੂੰ ਭੋਗਣ ਭਾਗਣ ਦੇ ਵਿੱਚ ਜਿਹੜਾ ਬੰਦਾ ਉਲਝਿਆ, ਇਹਦੇ ਚ ਪਰਮਾਤਮਾ ਦਾ ਕੋਈ ਇੰਟਰਸਟ ਨਹੀਂ ਹੈਗਾ। ਇਹ
ਇਹ ਜਿਹੜਾ ਸੰਸਾਰ ਜਿਹੜਾ ਦਿਖਦਾ ਪਿਆ ਨਾ, ਇਹਦੇ ਵਿੱਚ ਪ੍ਰਮਾਤਮਾ ਦੀ ਜਿਹੜੀ ਮੇਨ ਉਹਦੀ ਇੰਟਰਸਟਿੰਗ ਹੈ ਨਾ, ਉਹਦਾ ਇੰਟਰਸਟ ਕੀ ਹੈ ਕਿ ਇਹਦੇ ਵਿੱਚੋਂ ਕੋਈ ਏਦਾਂ ਦੇ ਬੰਦੇ ਬਾਹਰ ਆਉਣ, ਉਹ ਲੱਭਣ, ਉਹ ਡਿਸਕਵਰ ਕਰਨ ਕਿ ਇਹਦੇ ਵਿੱਚ ਪ੍ਰਮਾਤਮਾ ਹੈਗਾ। ਔਰ ਇਹੋ ਹੀ ਸਵਾਲ ਪ੍ਰਮਾਤਮਾ ਦਾ ਹੈ, ਮੇਨ ਸਵਾਲ ਤੇ ਹੋਰ ਤੇ ਕੁਝ ਵੀ ਨਹੀਂ ਹੈਗਾ। ਬਾਕੀ ਤੇ ਉਹਨੂੰ ਪ੍ਰਮਾਤਮਾ ਨੂੰ ਕੀ ਇੰਟਰਸਟ ਆ, ਲੋਕੀ ਪੈਦਾ ਹੋ ਰਹੇ ਨੇ, ਮਰ ਰਹੇ ਨੇ, ਵੱਢ ਰਹੇ ਨੇ, ਜੇ ਧਰਮਰਾਜ ਫੜ ਕੇ ਉਹਨਾਂ ਨੂੰ ਮਤਲਬ ਸਜ਼ਾ ਦਿੰਦਾ ਹੈ, ਕੋਈ ਛੋਟੀ ਜੂਨੀ ਚ ਭੇਜਦਾ ਹੈ, ਤੇ ਉਹਦੇ ਵਿੱਚ ਸੁਰਜੀਤ ਜੀ ਆਪ ਮਾਈਕ ਬੰਦ ਕਰ ਦਿਓ ਪਲੀਜ਼। ਹਾਂ, ਉੱਤੇ ਸਕਰੀਨ ਤੇ ਉਂਗਲ ਨਹੀਂ ਨਾ ਮਾਰਨੀ ਤੁਸੀਂ। ਮੈਂ ਕਰਤਾ ਜੀ। ਚਲੋ ਠੀਕ ਹੈ। ਇੱਥੇ ਕੁਦਰਤ ਦੇ ਤੌਰ ਤੇ ਇੱਕ ਚੀਜ਼ ਬਣੀ ਹੈ, ਉਹ ਧਰਮ ਬਣਾਇਆ ਹੈ ਕਿ ਧਰਮ ਦਾ ਤਰਾਜੂ ਜਿਹੜਾ ਹੈ ਨਾ, ਉਹਦਾ ਬੈਲੈਂਸ ਹੋਣਾ ਬੜਾ ਜ਼ਰੂਰੀ ਹੈ। ਜਦੋਂ ਆਪਾਂ ਬਾਣੀ 'ਚ ਲਿਖਿਆ ਕਿਰਤ ਤੇ ਕਰਮ ਦੇ ਵਿਛੜੇ, ਹੁਣ ਕਬ ਮੇਲੋ ਰਾਮ, ਨਿਜਰ ਸਾਹਿਬ ਨੇ ਤੁਕ ਮੈਨੂੰ ਕਈ ਵਾਰੀ ਸੁਣਾਈ, ਹੋ ਸਕਦਾ ਥੋੜੀ ਬਹੁਤੀ ਅੱਗੇ ਪਿੱਛੇ ਹੋ। ਕਿਰਤ ਤੇ ਕਰਮ, ਕਰਮ ਦੇਖੋ ਕੀ ਹੁੰਦਾ ਹੈ। ਕਰਮ ਲੋਕੀ ਸੋਚਦੇ ਆ ਕਿ ਕਰਮ ਦਾ ਫਲ ਲੱਗੇਗਾ, ਐਦਾਂ ਨਹੀਂ ਹੁੰਦਾ। ਕਰਮ ਦੇ ਵਿੱਚ ਹੀ ਫਲ ਆ। ਤੁਸੀਂ ਚੌਂਕ 'ਚ ਗਏ, ਉੱਥੇ ਇੱਕ ਦਿਨ ਦੀ ਮਜ਼ਦੂਰੀ ਕੀਤੀ, ਤੁਹਾਨੂੰ ਸ਼ਾਮੀ ਜਿਹੜੀ ਮਜ਼ਦੂਰੀ ਦਾ ਪੈਸਾ ਮਿਲ ਗਿਆ, ਉਸ ਪੈਸੇ ਦੇ ਨਾਲ ਤੁਸੀਂ ਕੋਈ ਚੀਜ਼ ਖਰੀਦ ਸਕਦੇ ਜੋ ਆਪਣੀ ਇੱਛਾ ਅਨੁਸਾਰ। ਤੁਸੀਂ ਕੱਪੜੇ ਖਰੀਦ ਸਕਦੇ, ਤੁਸੀਂ ਆਪਣੇ ਪੇਟ ਦੀ ਜੇਕਰ ਤ੍ਰਿਪਤੀ ਕਰਨੀ ਹੈ, ਤੁਸੀਂ ਉਹਦੇ ਲਈ ਕੋਈ ਆਪਣਾ ਫਰੂਟ ਖਰੀਦ ਸਕਦੇ, ਕੋਈ ਭੋਜਨ ਖਰੀਦ ਸਕਦੇ। ਕਰਮ ਇਟਸੈਲਫ ਉਹਦੇ ਅੰਦਰ ਰਿਵਾਰਡ ਹੈਗਾ। ਕਰਮ ਜੋ ਕਰਾਂਗੇ ਨਾ, ਉਸ ਚੀਜ਼ ਨੇ ਆਟੋਮੈਟਿਕਲੀ ਹੀ ਫਲ ਦਾ ਰੂਪ ਅਖਤਿਆਰ ਕਰ ਲੈਣਾ। ਕਈ ਲੋਕ ਸੋਚਦੇ ਆ ਕਿ ਵੱਖਰਾ ਹੋਊ ਸਿਸਟਮ, ਨਹੀਂ। ਇਹ ਇੱਕ ਸਾਇੰਟਿਸਟ ਹੋਏ ਨੇ, ਕਹਿੰਦੇ ਐਵਰੀ ਐਕਸ਼ਨ ਇਕੁਅਲ ਰਿਐਕਸ਼ਨ। ਤੁਸੀਂ ਜਿਹੋ ਜਿਹਾ ਐਕਸ਼ਨ ਕਰੋਗੇ, ਤੁਸੀਂ ਜਿਹੋ ਜਿਹਾ ਕਰਮ ਕਰੋਗੇ, ਉਹਦਾ ਕਰਮ ਦਾ ਫਲ ਮਿਲਣਾ ਹੀ ਮਿਲਣਾ ਵਾ, ਉਹ ਪ੍ਰਗਟ ਹੋ ਜਾਣਾ। ਇਹ ਨਿਊਟਨ ਸੀਗਾ ਜੀ, ਨਿਊਟਨ ਦਾ ਹੈਗਾ ਇਹ ਲਾ, ਐਵਰੀ ਐਕਸ਼ਨ ਇਜ਼ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਹਾਂ, ਤੁਸੀਂ ਕੋਈ ਵੀ ਕੰਮ ਕਰੋ, ਜਿੱਥੇ ਚੀਜ਼ ਰੱਖੀ ਹੈ ਉਹਦੇ ਵਿੱਚ ਤੁਸੀਂ ਉਹਨੂੰ ਅੱਗੇ ਪਿੱਛੇ ਕਰੋਗੇ, ਇਹਦਾ ਰਿਐਕਸ਼ਨ ਹੋਏਗਾ। ਹੁਣ ਜਿੱਦਾਂ ਤਰਾਜੂ ਹੈ, ਤਰਾਜੂ ਤੇ ਜਦੋਂ ਕੋਈ ਚੀਜ਼ ਰੱਖ ਦਿੰਦੇ ਆ, ਨੈਚੁਰਲੀ ਉਹਨੇ ਦੂਜੇ ਪੱਲੇ ਨੂੰ ਚੁੱਕ ਦੇਣਾ। ਕਰਮ ਏਦਾਂ ਦਾ ਹੈ, ਤਰਾਜੂ ਦੀ ਇੱਕ ਸਾਈਡ ਤੇ ਤੁਸੀਂ ਰੱਖ ਦਿਓ ਤੇ ਇਹ ਤੁਸੀਂ ਕਹੋ ਕਿ ਦੂਜਾ ਪੱਲਾ ਉੱਥੇ ਖਲੋਤਾ ਰਵੇ, ਤਰਾਜੂ ਖਰਾਬ ਥੋੜੀ ਹੈ ਧਰਮ ਦਾ। ਉਸੇ ਵੇਲੇ ਦੂਜੀ ਸਾਈਡ ਤੋਂ ਜਿਹੜਾ ਵਾ ਉਹ ਪੱਲਾ ਅਪਲਿਫਟ ਹੋ ਜਾਣਾ। ਇਹ ਬੜੀ ਇੰਪੋਰਟੈਂਟ ਚੀਜ਼ ਹੈ। ਪਰ ਇਸੇ ਲਈ ਬਾਣੀ 'ਚ ਕਿਹਾ ਕਿ ਤੂੰ ਸੋਚ ਵਿਚਾਰ ਕੇ ਕਰਮ ਕਰਨਾ ਹੈ, ਕਿਉਂਕਿ ਸ਼ਤਰੰਜ ਹੈ, ਮੋਹਰਾ ਅੱਗੇ ਰੱਖਿਆ ਗਿਆ ਨਾ, ਫਿਰ ਪਿੱਛੇ ਨਹੀਂ ਆ ਸਕਦਾ ਨਿਜਰ ਸਾਹਿਬ। ਇਸ ਕਰਕੇ ਕਹਿੰਦੇ ਕਿ ਉਹਨੂੰ ਹੱਥ ਪਾਉਣ ਤੋਂ ਪਹਿਲਾਂ ਤੇਰੇ ਕੋਲ ਪੂਰੀ ਪਾਵਰ ਹੈ। ਨਹੀਂ ਪਾਵੇਂਗਾ ਤੇ ਮੋਹਰਾ ਉੱਥੇ ਬੈਠਾ ਰਹੇ, ਕੋਈ ਫਰਕ ਨਹੀਂ ਪੈਂਦਾ। ਪਰ ਜਿੱਦਣ ਤੂੰ ਮੋਹਰੇ ਨੂੰ ਕਰਮ ਦੇ ਰੂਪ 'ਚ ਉਹਨੂੰ ਕਰ ਦਿੱਤਾ, ਫਿਰ ਮੁਸ਼ਕਲ ਹੈ, ਫਿਰ ਤੇ ਗੇਮ ਹੋ ਗਈ। ਉਹ ਚੀਜ਼ ਨੇ ਅਗਲੇ ਬੰਨੇ ਗੇਮ ਦੇ ਵਿੱਚ ਕੁਝ ਚੇਂਜ ਕਰ ਦੇਣਾ, ਉਹਦੀ ਗੇਮ ਨੂੰ ਘੁਮਾ ਦੇਣਾ ਬਸ, ਠੀਕ ਹੈ ਜੀ। ਤੇ ਇਸ ਕਰਕੇ ਆਸਾ ਜਿਹੜੀ ਹੁੰਦੀ ਹੈ, ਇਹਦੇ ਵਿੱਚ ਹੀ ਜੱਗ ਮਰ ਮੁੜ ਜਾਂਦਾ ਹੈ। ਬੰਦਾ ਕਰਦਾ ਕੀ ਫਿਰਦਾ ਵਾ, ਬਸ ਇਹੋ ਹੀ ਹੈ। ਇਹ ਸੰਸਾਰੀ ਪਦਾਰਥ ਨੇ, ਅੱਧਾ ਜੀਵਨ ਸਰੀਰ ਦੇ ਸੁੱਖ, ਫਿਰ ਉਹਨੂੰ ਜਿਹੜੇ ਸੂਖਮ ਸੁੱਖ ਚਾਹੀਦੇ ਨੇ ਕਿ ਮੇਰਾ ਆਲਾ ਦੁਆਲਾ ਵਾ, ਇਹਨਾਂ ਨੂੰ ਸੁੱਖ ਮਿਲੇ। ਜਿਹਦੇ ਨਾਲ ਮੋਹ ਹੈ, ਫਿਰ ਮੋਹ ਹੀ ਹੈ, ਫਿਰ ਕ੍ਰੋਧ ਵੀ ਹੈ, ਫਿਰ ਕਾਮ ਵੀ ਹੈ, ਲੋਭ ਵੀ ਹੈ, ਹੰਕਾਰ ਵੀ ਹੈ। ਇਹਦੇ ਪਿੱਛੇ ਹੀ ਜ਼ਿੰਦਗੀ 'ਚ ਆਪਣੇ ਸਾਰੇ ਕਰਮ ਹੁੰਦੇ। ਔਰ ਇਹਨਾਂ ਕਰਮਾਂ ਦੇ ਵਿੱਚ ਫਿਰ ਬੰਦਾ ਕੀ ਕਰਦਾ, ਬੰਦਾ ਸਾਰਾ ਜੀਵਨ ਆਪਣਾ ਨਸ਼ਟ ਕਰ ਲੈ। ਤੇ ਅਗਲੇ ਬੰਨੀ ਤੁਕ 'ਚ ਵੇਖੋ ਉਹਨਾਂ ਨੇ ਕੀ ਲਿਖਿਆ ਕਿ ਜੇ ਮਰ ਜਾਊਗਾ ਤੇ ਫਿਰ ਕੀ ਹੋਊਗਾ। ਅੰਨੇਕਰ ਸਾਹਿਬ ਅਗਲੀ ਤੁਕ ਬੋਲੋ। ਆਸਾ ਕਰਤਾ ਜਗ ਮੁਆ, ਆਸਾ ਮਰੇ ਨਾ ਜਾਏ। ਨਾ ਇਹ ਆਸਾ ਮੁੱਕਦੀ ਆ ਤੇ ਨਾ ਜਾਂਦੀ ਆ ਭਾਈ, ਨਾ ਪੂਰੀ ਹੁੰਦੀ ਆ। ਨਾਨਕ ਆਸਾ ਪੂਰੀਆਂ ਸੱਚੇ ਸਿਉ ਚਿੱਤ ਲਾਏ। ਆ ਲਿਖਿਆ ਜੀ, ਕਹਿੰਦੇ ਆਸਾ ਤੇਰੀ ਖਤਮ ਹੋ ਜਾਏਗੀ, ਆਸਾ ਪੂਰੀਆਂ ਵੀ ਹੋ ਜਾਣਗੀਆਂ ਜੇ ਤੂੰ ਮਾਲਕ ਪਰਮਾਤਮਾ ਦੇ ਨਾਲ ਚਿੱਤ ਲਗਾ ਲੇਗਾ। ਉਸੇ ਨੇ ਤਾਂ ਪਦਾਰਥ ਬਣਾਏ ਆ ਸਾਰੇ ਦੇ ਸਾਰੇ। ਹਾਂਜੀ ਵੀਰ ਜੀ, ਦੇਖੋ ਇੱਥੇ ਜਿਹੜਾ ਨਾ ਨੀਚੇ ਸਾ ਮਾਈਕ ਬੰਦ ਕਰ ਲਿਓ। ਹਾਂਜੀ ਹਾਂਜੀ। ਇੱਥੇ ਨਾ ਸਾਧ ਸੰਗਤ ਜੀ ਦੇਖੋ, ਸਰੀਰ ਦੀ ਮੌਤ ਦੇ ਨਾਲ ਕੰਮ ਨਹੀਂ ਜੋ ਖਤਮ ਹੁੰਦਾ, ਨਾ ਹੀ ਜੀਵਨ ਖਤਮ ਹੋਣਾ। ਜੀਵਨ ਹੈਗਾ ਜੀਵ ਦੇ ਕਰਕੇ, ਜਿਹੜਾ
ਜੀਵ ਹੈ ਸਾਡੇ ਅੰਦਰ, ਜਿਹੜਾ ਜੀਵ ਰਹਿੰਦਾ ਨਾ, ਤੁਸੀਂ ਜਦੋਂ ਸਮਾਧੀ ਚ ਲੀਨ ਹੁੰਦੇ ਜਦੋਂ ਉੱਥੇ ਵੇਖੋ ਇੱਕ ਚੇਤਨਾ ਜੀ ਤੁਹਾਡੇ ਅੰਦਰ ਬਣੀ ਰਹਿੰਦੀ ਹੈ ਜਿਹੜੀ ਬ੍ਰਹਮ ਨੂੰ ਦੇਖਦੀ ਹੈ, ਉਹ ਤੇ ਜੀਵ ਹੈ। ਮਨ ਤੋਂ ਬਿਨਾਂ ਵੀ ਹੈਗਾ, ਤਨ ਤੋਂ ਬਿਨਾਂ ਵੀ ਹੈਗਾ, ਇੰਦਰੀਆਂ ਤੋਂ ਬਿਨਾਂ ਵੀ ਹੈਗਾ, ਅੰਦਰ ਬੈਠਾ ਹੈ ਇਕੱਲਾ, ਚੇਤਨਾ ਜੀ ਤੇ ਹੈਗੀ ਅੰਦਰ। ਉਹ ਜਿਹੜੀ ਜੀਵ ਆ, ਉਹ ਜੀਵ ਤੇ ਆਤਮਾ ਦੋਨੋਂ ਇਕੱਠੇ ਕੰਮ ਕਰਦੇ ਆ। ਆਤਮਾ ਮੀਨਿੰਗ ਅਦ੍ਰਿਸ਼, ਜਿੱਦਾਂ ਬੱਤੀ ਕਿਹੜੀ ਦਿਖਦੀ ਹੈ, ਬਸ ਉਹਦੀ ਹੋਂਦ ਚਾਹੀਦੀ ਹੈ। ਜੇਕਰ ਤਾਰਾਂ ਦੇ ਵਿੱਚ ਹੈਗੀ ਤੇ ਪੱਖਾ ਘੁੰਮੇਗਾ, ਜੇਕਰ ਬੱਤੀ ਨਹੀਂ ਹੈ ਤੇ ਤਾਰਾਂ ਨਹੀਂ ਘੁੰਮਣਗੀਆਂ। ਪਰ ਇੱਕ ਗੱਲ ਹੋਰ ਵੀ ਆ, ਚਾਹੇ ਬੱਤੀ ਆਉਂਦੀ ਆ, ਜੇਕਰ ਪੱਖਾ ਖਰਾਬ ਹੋ ਗਿਆ ਤੇ ਪੱਖਾ ਫਿਰ ਵੀ ਨਹੀਂ ਚੱਲੇਗਾ। ਇਹ ਜਿਹੜਾ ਜੀਵ ਆ, ਇਹ ਇੱਛਾਵਾਂ ਦੇ ਰਾਹੀਂ ਟਰੈਵਲ ਕਰਦਾ ਹੈ ਤੇ ਫਿਰ ਇੱਕ ਸਮਾਂ ਆਉਂਦਾ ਹੈ ਉਹ ਇੱਛਾਵਾਂ ਮਰਦੀਆਂ ਹੀ ਨਹੀਂ, ਸਰੀਰ ਖਤਮ ਹੋ ਜਾਂਦਾ, ਕਿਉਂਕਿ ਸਰੀਰ ਤੇ ਲਿਮਟਿਡ ਹੈ ਨਾ। ਸਰੀਰ ਸਾਡਾ ਜਿਹੜਾ ਲਿਮਟਿਡ ਹੈ, ਹੌਲੀ ਹੌਲੀ ਵੇਖੋ ਇਹਦੇ ਅੰਦਰ ਇੱਕ ਪ੍ਰਕਿਰਿਆ ਚੱਲ ਰਹੀ ਆ, ਇਹਦੇ ਅੰਦਰ ਨੁਕਸ ਪੈਣੇ ਸ਼ੁਰੂ ਹੋ ਜਾਂਦੇ ਆ। ਫਿਰ ਨੁਕਸ ਪੈ ਕੇ ਤੇ ਇੱਕ ਸਮਾਂ ਆਉਂਦਾ ਫਿਰ ਇਹ ਸਰੀਰ ਕੇ ਕੰਮ ਦਾ ਹੀ ਨਹੀਂ ਰਹਿੰਦਾ, ਫਿਰ ਜੀਵ ਇਹਦਾ ਤਿਆਗ ਕਰ ਦਿੰਦਾ, ਤਿਆਗ ਕਰਕੇ ਚਲ ਜਾਂਦਾ। ਫਿਰ ਘਰ ਦੇ ਵੀ ਕਹਿੰਦੇ ਕਿ ਚਰਨਜੀਤ ਦੇ ਸਰੀਰ ਨੂੰ ਪਰੇ ਕਰੋ। ਚਰਨਜੀਤ ਮਤਲਬ ਇਹਦੇ ਅੰਦਰ ਰਹਿਣ ਵਾਲਾ ਇੱਕ ਜੀਵ ਸੀ, ਹੁਣ ਇਹਦਾ ਤਿਆਗ ਕਰ ਗਿਆ। ਇਹਦਾ ਕੱਪੜਾ ਸੀ ਇਹ ਸਰੀਰ, ਇਹਨੂੰ ਛੱਡ ਗਿਆ ਹੁਣ। ਹੁਣ ਜਿਹੜੇ ਮੇਰੇ ਲਾਗੇ ਬੜੇ ਤੁਰੇ ਫਿਰਦੇ ਆ, ਮੈਨੂੰ ਉਡੀਕਦੇ ਰਹਿੰਦੇ ਕਿ ਪਾਪਾ ਕਦੋਂ ਆਉਣਗੇ, ਇਹ ਹੈ ਉਹ ਹੈ। ਇੱਕ ਸਮਾਂ ਆਉਣਾ ਜਦੋਂ ਮੈਂ ਇਸ ਸਰੀਰ ਦਾ ਤਿਆਗ ਕਰ ਦਾਂਗਾ, ਇਹਨਾਂ ਲਾਗੇ ਵੀ ਨਹੀਂ ਖਲੋਣਾ। ਹੋ ਸਕਦਾ ਕਿ ਜਿਹੜੇ ਬੈੱਡ ਤੇ ਮੈਂ ਸੁੱਤਾ, ਮੇਰਾ ਬੈੱਡ ਵੀ ਚੁੱਕ ਕੇ ਬਾਹਰ ਸੁੱਟ ਦਾ। ਮੇਰੇ ਜਿੰਨੇ ਕੱਪੜੇ ਇਹਨਾਂ ਨੇ ਕਹਿਣਾ ਦਾਨ ਦੂਨ ਕਰ ਦੋ, ਨਹੀਂ ਚਾਹੀਦੇ। ਬਟ ਇਹਨਾਂ ਨੇ ਮੇਰਾ ਸੋਨਾ ਰੱਖ ਲੈਣਾ ਜੇ ਮੇਰੇ ਕੋਲ ਹੋਊਗਾ। ਪਹਿਲੀ ਗੱਲ ਹੈ ਨਹੀਂ, ਜੇਕਰ ਹੋਏਗਾ ਤੇ ਇਹ ਰੱਖ ਲੈਣਗੇ। ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ, ਬਿਲਕੁਲ ਸਹੀ ਗੱਲ। ਤੇ ਘੜੀ ਕੁੜੀ ਵੀ ਆ, ਉਹ ਵੀ ਰੱਖ ਲੈਣੀ ਆ, ਨਹੀਂ ਦੇਣੀ ਇਹਨਾਂ ਨੇ। ਹਾਂ, ਐਨਕਾਂ ਹੋਣਗੀਆਂ ਤੇ ਜ਼ਰੂਰ ਸੁੱਟ ਦੇਣਗੇ ਕਿ ਕੰਮ ਦੀਆਂ ਨਹੀਂ ਨਾ, ਫਾਲਤੂ ਦੀ ਚੀਜ਼ਾਂ ਦੇ ਦੇਣਗੇ। ਉਹ ਚ ਭੂਤ ਵੜਿਆ ਹੁੰਦਾ, ਦੂਜੀਆਂ ਚੀਜ਼ਾਂ ਥੋੜੀ ਭੂਤ ਹੁੰਦਾ। ਇਹ ਲੋਕਾਂ ਦੀ ਆਪਣੇ ਦੀ ਇੱਦਾਂ ਦੀ ਸੋਚ ਹੈ। ਬੈੱਡ 'ਚ ਵੀ ਭੂਤ ਵੜਿਆ ਹੋ ਸਕਦਾ, ਉਹ ਵੀ ਜੇ ਸਸਤਾ ਬੈੱਡ ਹੋਏ ਤੇ ਦੇ ਦੇਣਗੇ ਮੰਜਾ ਮੁੰਜਾ, ਜੇ ਮਹਿੰਗਾ ਹੋਇਆ ਤੇ ਉਹ ਵੀ ਨਾ ਕਹਿਣਾ ਕੋਈ ਗੱਲ ਨਹੀਂ, ਠੀਕ ਹੈ ਇਹ ਚੱਲੇਗਾ, ਇਹਨੂੰ ਰਹਿਣ ਦਿਓ ਇੱਥੇ। ਸੋ ਇਹ ਸੰਸਾਰ ਹੈ ਜੀ। ਤੇ ਨਾਨਕ ਸਾਹਿਬ ਕਹਿ ਰਹੇ ਨੇ, ਨਾਨਕ ਸਾਚਾ ਪੂਰੀਆਂ ਚਿੱਤ ਲਾਏ। ਤੇ ਜੇ ਆਸਾਂ ਪੂਰੀਆਂ ਕਰਨੀਆਂ ਆਪਾਂ ਤੇ ਫਿਰ ਤੇ ਬਈ ਸੱਚ ਨਾਲ ਤੁਹਾਨੂੰ ਚਿੱਤ ਲਾਉਣਾ ਪੈਣਾ। ਸੱਚ ਦਾ ਮਤਲਬ ਸੱਚ ਬਣਨਾ ਪਊਗਾ। ਜਦੋਂ ਆਪਣਾ ਚਿੱਤ ਸੱਚ ਨਾਲ ਲੱਗ ਗਿਆ ਨਾ, ਨਿਰਵਿਚਾਰ ਹੋ ਕੇ, ਤੇ ਫਿਰ ਆਪਾਂ ਸੱਚ ਹੀ ਬਣ ਜਾਣਾ ਵਾ। ਫਿਰ ਝੂਠ ਕਿਤੇ ਰਹਿ ਜਾਣਾ। ਤੁਸੀਂ ਜਿਵੇਂ ਜਿਵੇਂ ਉੱਪਰ ਚੜ੍ਹਦੇ ਜਾਣਾ ਨਾ, ਦੇਖੋ ਇੱਕ ਪਹਾੜ ਹੁੰਦਾ ਨਾ, ਪਹਾੜ ਦੇ ਥੱਲੇ ਕਿੰਨਾ ਚੌੜਾ ਹੁੰਦਾ, ਉੱਪਰ ਚੜ੍ਹਦੇ ਜਾਓਗੇ ਤੇ ਛੋਟਾ ਹੋਈ ਜਾਣਾ। ਹਜੇ ਆਮ ਸਾਧਕ ਨੂੰ ਨਹੀਂ ਪਤਾ ਲੱਗਦਾ ਕਿ ਮਲੀਨਤਾ ਕੀ ਹੈ, ਮੇਰੇ ਕੱਪੜੇ ਨੂੰ ਚਿੱਕੜ ਲੱਗੇਗਾ ਕਿ ਨਹੀਂ ਲੱਗੇਗਾ। ਹੁਣ ਕਾਲੇ ਤੇ ਕੱਪੜੇ ਆ, ਉੱਥੇ ਜੇ ਕਾਲੀਆਂ ਬੂੰਦਾਂ ਡਿੱਗਦੀਆਂ ਨਾ ਤੇ ਕੋਈ ਫਰਕ ਨਹੀਂ ਪੈਂਦਾ। ਪਰ ਜਿਵੇਂ ਜਿਵੇਂ ਆਪ ਅਧਿਆਤਮਿਕ ਯਾਤਰਾ ਕਰਦੇ ਗਏ, ਜਿੱਦਾਂ ਕਬੀਰ ਸਾਹਿਬ ਦੀ ਕਰੇ ਨਾ, ਔਗੜ ਘਾਟੀ ਰਾਮ ਕੀਤਾ ਚੜ੍ਹਦੇ ਹੋ ਕਬੀਰ, ਫਿਰ ਛੋਟਾ ਜਿਹਾ ਤੁਪਕਾ ਵੀ ਲੱਗਾ ਨਾ ਤੁਹਾਡੇ ਜਾਮੇ ਨੂੰ, ਤੁਹਾਡੇ ਕੱਪੜਿਆਂ ਨੂੰ, ਤੁਹਾਨੂੰ ਪਤਾ ਲੱਗ ਜਾਣਾ ਕਿਉਂਕਿ ਚਿੱਟੇ ਹੋ ਗਏ ਆ। ਇੰਨੀ ਉਚਾਈ ਆ ਜਾਣੀ ਆ, ਇੰਨੀ ਅੰਦਰ ਮਤਲਬ ਸਫਾਈ ਆ ਜਾਣੀ, ਮਲੀਨਤਾ ਘਟ ਜਾਣੀ ਆ। ਆਮ ਸੰਸਾਰੀ ਮਨੁੱਖ ਨੂੰ ਪੁੱਛੋ ਕਿ ਪਾਪ ਉਹ ਕਹਿੰਦਾ ਛੱਡੋ ਕਰਾ, ਸਵੇਰ ਤੋਂ ਸ਼ਾਮ ਤੱਕ ਇਹੋ ਜਿਹਾ ਕੰਮ ਚੱਲਦਾ ਪਿਆ, ਕਿਹੜਾ ਪਾਪ ਤੇ ਪੁੰਨ। ਪਰ ਜਦੋਂ ਤੁਸੀਂ ਭਗਤੀ ਕੀਤੀ, ਹੌਲੀ ਹੌਲੀ ਕਰਕੇ ਜਿਹੜਾ ਤਰਾਜੂ ਆ ਬੈਲੈਂਸ ਹੋ ਜਾਣਾ। ਇਹ ਤਰਾਜੂ ਬੈਲੈਂਸ ਜਦੋਂ ਹੋ ਗਿਆ ਨਾ, ਬਿਲਕੁਲ ਸਹਿਜ ਅਵਸਥਾ। ਸਹਿਜ ਅਵਸਥਾ ਦਾ ਮਤਲਬ ਕਿ ਤੁਹਾਡਾ ਤਰਾਜੂ ਬਿਲਕੁਲ ਸੈੱਟ ਹੋ ਗਿਆ, ਧਰਮ ਬਿਲਕੁਲ ਤੁਹਾਡੇ ਜੀਵਨ ਚ ਆ ਗਿਆ। ਹੁਣ ਜੇਕਰ ਤੁਸੀਂ ਵਸਤੂ ਪਾਈ ਨਾ ਇਹ ਤਰਾਜੂ ਤੇ ਦੂਸਰੀ ਤਰਫ ਜੇਕਰ ਪੱਲਾ ਤਾਂ ਠਾ ਹੋ ਗਿਆ, ਤੁਸੀਂ ਗੜਬੜ ਕਰਤੀ, ਤੁਹਾਨੂੰ ਪਤਾ ਲੱਗ ਜਾਣਾ ਵਾ। ਅਜੇ ਨਹੀਂ, ਆਮ ਬੰਦੇ ਨੂੰ ਨਹੀਂ ਪਤਾ। ਉਹ ਸੋਚਦਾ ਕਿ ਚੰਗਾ ਸਮਾਂ ਇੱਥੇ ਵਜਨ ਪਾਓ, ਇਹ ਬੈਲੈਂਸ ਖਰਾਬ ਹੋਊਗਾ ਤੇ ਮੈਨੂੰ ਸੰਸਾਰੀ ਸੁੱਖ ਮਿਲਣਗੇ। ਪਰ ਧਰਮ ਦੇ ਵਿੱਚ ਗੁਰੂ ਜਿਹੜੇ ਹੁੰਦੇ ਨੇ, ਬ੍ਰਹਮ ਗਿਆਨੀ ਹੁੰਦੇ ਨੇ, ਉਹ ਕਹਿੰਦੇ ਚੀਜ਼ ਚਾਹੀਦੀ ਨਹੀਂ ਆ ਸਾਨੂੰ, ਅਸੀਂ ਕਿਉਂ ਬੈਲੈਂਸ ਖਰਾਬ ਕਰੀਏ। ਜੋ ਸਾਡੀ ਵਸਤੂ ਬਣਦੀ ਆ ਅਸੀਂ ਓਨੀ ਹੀ ਲੈਣੀ ਆ, ਤਰਾਜੂ ਦੇ ਵਿੱਚੋਂ ਵੱਧ ਨਹੀਂ ਲੈ ਸਕਦੇ। ਅਸੀਂ ਜਦੋਂ ਆਪਾਂ ਤਰਾਜੂ ਦੇ ਵਿੱਚ ਆਪਾਂ ਮਤਲਬ ਆਪਣੀ ਕੋਈ ਚੀਜ਼ ਮਿਕਸ ਕਰ ਦਿੰਦੇ ਹਾਂ, ਲੋਭ ਪਾ ਦਿੰਦੇ ਹਾਂ, ਫਿਰ ਤਰਾਜੂ ਦਾ ਬੈਲੈਂਸ ਖਰਾਬ ਹੋ ਜਾਂਦਾ। ਫਿਰ ਉਹਦੇ ਨਾਲ ਕੀ ਹੁੰਦਾ ਕਿ ਸਾਡਾ ਜੀਵਨ ਜਿਹੜਾ ਹੈ ਉੱਪਰ ਜਾਣ ਦੀ ਜਗ੍ਹਾ ਥੱਲੇ ਆ ਜਾਂਦੇ ਆ, ਡਾਊਨਗ੍ਰੇਡ। ਜਾਨਵਰਾਂ ਦੇ ਵਿੱਚ ਵੀ ਕੁਆਲਿਟੀਆਂ। ਫਿਰ ਇੱਕ ਸਮਾਂ ਹੁੰਦਾ ਬਹੁਤ ਘਟੀਆ ਜਾਨਵਰ ਵਾਂਗੂ ਇੱਕ ਇਨਸਾਨ ਹੁੰਦੇ ਨੇ ਬੰਦੇ, ਸੂਰ ਬਣ ਜਾਂਦੇ ਨੇ। ਸੂਰ ਵਰਗਾ ਜੀਵਨ ਹੋਊਗਾ। ਉਹ ਸੂਰ ਨੂੰ ਕੁਛ ਵੀ ਨਹੀਂ ਪਤਾ ਲੱਗਦਾ ਨਿਜਰ ਸਾਹਿਬ, ਉਹ ਤੇ ਗੰਦ ਮੰਦ ਜੋ ਮਰਜ਼ੀ ਖਾਈ ਜਾਂਦਾ। ਬਿਲਕੁਲ ਸਹੀ ਗੱਲ ਹੈ। ਅਜੇ ਜੇਕਰ ਆਪਣਾ ਗਾਂ ਗੂ ਲੈਵਲ ਕੋਈ ਹੋਰ ਚੰਗੇ ਜਿਹੜੇ ਚੰਗੇ ਜਿੱਦਾਂ ਘੋੜੇ ਘਾੜੇ ਆ, ਉਹਨਾਂ ਦੀ ਜਿਹੜੀ
ਖੁਰਾਕ ਹੈ ਨਾ, ਉਹ ਡੀਸੈਂਟ ਖੁਰਾਕ ਆ, ਉਹ ਆਮ ਗੰਦਮੰਦ ਨਹੀਂ ਖਾਂਦੇ। ਪਰ ਜਦੋਂ ਇਨਸਾਨ ਬਹੁਤ ਜ਼ਿਆਦਾ ਮਤਲਬ ਆਤਮਿਕ ਲੈਵਲ ਤੇ ਬਿਲਕੁਲ ਹੀ ਉਹਨੂੰ ਧਰਮ ਦੇ ਤਰਾਜੂ ਨੂੰ ਤੋੜ ਦਿੰਦਾ ਹੈ, ਮੋੜ ਦਿੰਦਾ ਹੈ, ਤੇ ਫਿਰ ਉਹ ਬਹੁਤ ਥੱਲੇ ਲੈਵਲ ਦਾ ਜਾਨਵਰ ਬਣ ਜਾਂਦਾ ਹੈ। ਠੀਕ ਹੈ ਜੀ। ਤੇ ਇਹ ਕਹਿੰਦੇ ਆਸਾ ਤੁਹਾਡੀਆਂ ਪੂਰੀਆਂ ਹੋ ਜਾਣੀਆਂ। ਵੈਸੇ ਵੀ ਇੱਛਾ ਰਹਿ ਨਹੀਂ ਜਾਣੀ। ਤੁਸੀਂ ਆਤਮਾ ਤੱਤ ਨੂੰ ਅਨੁਭਵ ਕਰ ਲਓ ਤੇ ਬਾਅਦ ਚ ਮੈਨੂੰ ਕਹਿ ਦਿਓ ਕਿ ਚਰਨਜੀਤ ਹਜੇ ਵੀ ਇੱਛਾ ਹੈਗੀ ਹੈ। ਮੈਨੂੰ ਦੱਸ ਦਿਓ, ਮੈਸੇਜ ਕਰ ਦਿਓ ਕਿ ਚਰਨਜੀਤ ਸਾਡੇ ਅੰਦਰ ਇੱਛਾ ਹੈਗੀ ਹੈ ਵੀ ਆਦੇ ਕਿ ਤੁਸੀਂ ਤੇ ਕਹਿੰਦੇ ਸੀ ਭਗਤੀ ਕਰਨ ਤੋਂ ਬਾਅਦ ਇੱਛਾ ਖਤਮ ਹੋ ਜਾਂਦੀਆਂ ਨੇ। ਚੰਗੇ ਦੀਆਂ ਵੀ ਖਤਮ ਹੋ ਜਾਣੀਆਂ ਜੀ। ਇੱਕ ਤੇ ਚੰਗੇ ਕਰਮਾਂ ਦੀ ਇੱਛਾਵਾਂ ਹੁੰਦੀਆਂ ਨਾ, ਇਹ ਵੀ ਖਤਮ ਹੋ ਜਾਣੀਆਂ। ਬੁਰੇ ਦੀ ਖਤਮ ਹੋਣੀਆਂ। ਤੁਸੀਂ ਚੰਗਾ ਕਰਮ ਵੀ ਨਹੀਂ ਕਰਨ ਦੀ ਕੋਸ਼ਿਸ਼ ਕਰਨੀ। ਤੁਸੀਂ ਸਹਿਜ ਚ ਆ ਜਾਣਾ, ਜੋ ਹੋਵੇਗਾ ਤੁਹਾਡੇ ਤੋਂ ਚੰਗਾ ਹੀ ਹੋਵੇਗਾ। ਆਪਣੇ ਕੋਲੋਂ ਸਪੈਸ਼ਲ ਕੰਮ ਕਰਨ ਦੀ ਲੋੜ ਨਹੀਂ ਪਵੇਗੀ। ਹਾਂਜੀ ਨਜਰ ਸਾਹਿਬ ਅੱਗੇ ਚੱਲੀਏ। ਬਹੁਤ ਵਧੀਆ ਜੀ। ਇਹ ਜਿਹੜੀ ਕਾਮਨਾਵਾਂ ਦੀ, ਤ੍ਰਿਸ਼ਨਾ ਦੀ, ਇੱਛਾਵਾਂ ਦੀ ਲਾਈਨ ਲੱਗੀ ਹੁੰਦੀ ਹੈ ਬਹੁਤ ਲੰਬੀ। ਜਦੋਂ ਭਗਤੀ ਕਰਦੇ ਪਤਾ ਲੱਗਦਾ ਕਿ ਉਹ ਇੱਕ ਇੱਛਾ ਪੂਰੀ ਹੁੰਦੀ ਹੈ, ਉਹ ਦੂਜੀ ਪਿੱਛੋਂ ਹੋਰ ਆ ਕੱਢਦੀ ਹੈ। ਕਿਉਂਕਿ ਪ੍ਰਕਿਰਤੀ ਦਾ ਨਿਯਮ ਹੈ ਵੀ ਉਹਨੇ ਖਾਲੀ ਥਾਂ ਨੂੰ ਭਰ ਦੇਣਾ। ਜਿੱਦਾਂ ਹੀ ਅਸੀਂ ਖਾਲੀ ਹੋਏ, ਇੱਕ ਇੱਛਾ ਹੋਰ ਆ ਗਈ, ਉਹਨੂੰ ਭਰਨ ਦੀ ਲੱਗ ਗਈ। ਉਹ ਜਿੱਦਾਂ ਉਹ ਹੁਣ ਨਿਰਵਿਚਾਰ ਚ ਆਪਾਂ ਕਰ ਕੀ ਰਹੇ ਹਾਂ, ਇਹੀ ਤਾਂ ਕਰ ਰਹੇ ਹਾਂ ਵੀਰ ਜੀ, ਜਿਵੇਂ ਤੁਸੀਂ ਸਿਖਾ ਰਹੇ ਹੋ ਕਿ ਉਹ ਨਿਰਵਿਚਾਰ ਦੇ ਵਿੱਚ ਅਸੀਂ ਖਾਲੀ ਜਗ੍ਹਾ ਹੀ ਬਣਾ ਰਹੇ ਹਾਂ ਔਰ ਖਾਲੀ ਨੂੰ ਖਾਲੀ ਰਹਿਣ ਲਈ ਰੱਖ ਰਹੇ ਹਾਂ, ਤੇ ਉੱਥੇ ਫਿਰ ਪਰਮਾਤਮਾ ਨੇ ਅੱਗੇ ਉਹ ਜਗ੍ਹਾ ਨੂੰ ਭਰਨਾ। ਇੰਨੀ ਕੁ ਤਾਂ ਖੇਲ ਹੈ ਨਾ। ਬਹੁਤ ਵਧੀਆ ਜੀ। ਅੱਗੇ ਫਿਰ ਸ਼ਲੋਕ ਆਇਆ ਤੀਸਰੀ ਪਾਤਸ਼ਾਹੀ ਦਾ, ਕਹਿੰਦੇ ਆਸਾ ਮਨਸਾ ਮਰ ਜਾਏ ਸੀ, ਜਿਨੇ ਕੀਤੀ ਸੋ ਲੈ ਜਾਏ। ਕਹਿੰਦੇ ਜਿਹਨੇ ਪੈਦਾ ਕੀਤੀਆਂ ਆ ਇਹ ਆਸਾਵਾਂ, ਤ੍ਰਿਸ਼ਨਾ, ਇਹ ਆਸਾ ਮਨਸਾ, ਕਹਿੰਦੇ ਮਰ ਜਾਣਗੀਆਂ ਭਾਈ, ਮਰ ਜਾਣਗੀਆਂ। ਗਰੰਟੀ ਲੈ ਰਹੀ ਹੈ ਬਾਣੀ ਤੀਸਰੀ ਪਾਤਸ਼ਾਹੀ ਆਪਾਂ ਨੂੰ। ਕਹਿੰਦੇ ਕਿ ਇੱਕ ਕੰਮ ਕਰ ਲਾ ਪਿਆਰਿਆ, ਨਾਨਕ ਨਿਹਚਲ ਕੋ ਨਹੀਂ ਬਾਝੋਂ ਹਰ ਕੇ ਨਾਏ। ਕਹਿੰਦੇ ਕਿਸੇ ਦੀਆਂ ਵੀ ਅੱਜ ਤੱਕ ਆਸਾਂ ਤੇ ਮਨਸਾਵਾਂ ਮਰੀਆਂ ਨਹੀਂ, ਕੋਈ ਵੀ ਨਿਹਚਲ ਨਹੀਂ ਹੋਇਆ, ਕੋਈ ਵੀ ਜਿਹੜਾ ਹੈਗਾ ਨਿਰਵਿਚਾਰ ਨਹੀਂ ਹੋਇਆ, ਜਦ ਤੱਕ ਕਿ ਪਰਮੇਸ਼ਰ ਦੇ ਨਾਲ, ਮਾਲਕ ਦੇ ਨਾਮ ਦੇ ਨਾਲ ਧਿਆਨ ਨਹੀਂ ਲਾਇਆ ਉਹਨੇ, ਤਦ ਤੱਕ ਜਿਹੜਾ ਹੈਗਾ ਇਹ ਆਸਾਂ ਤੇ ਮਨਸਾ ਜਿਹੜੀਆਂ ਹੈਗੀਆਂ ਇਹ ਨਹੀਂ ਮਰਦੀਆਂ ਭਾਈ। ਐਸਾ ਮਾਲਕ ਪਰਮਾਤਮਾ ਨੇ ਇਹ ਸ੍ਰਿਸ਼ਟੀ ਦੀ ਰਚਨਾ ਐਸੀ ਕਰੀ ਹੋਈ ਆ, ਐਸਾ ਨਿਯਮ ਹੈ ਮਾਲਕ ਪਰਮਾਤਮਾ ਦਾ ਕਿ ਨਿਸ਼ਚਲ ਹੋਣਾ ਆ ਤੇ ਭਾਈ ਉਹਦੇ ਧਿਆਨ ਦੇ ਨਾਲ ਨਿਸ਼ਚਲ ਹੋਣਾ ਹੈ। ਨਿਸ਼ਚਲ ਹੋਣਾ ਹੈ ਤੇ ਆਤਮਾ ਦੇ ਵੱਲ ਨੂੰ ਸੁਰਤ ਕਰਨ ਦੇ ਨਾਲ ਆਪਾਂ ਨਿਸ਼ਚਲ ਹੋਵਾਂਗੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਜਿਹੜੀਆਂ ਆਸ਼ਾ ਹੈਗੀਆਂ, ਮਨਸਾ ਹੈਗੀਆਂ ਨੇ, ਇੱਛਾਵਾਂ, ਜਦ ਤੱਕ ਜੀਵਨ ਹੈ ਨਾ, ਸਮਝ ਲਓ ਕਿ ਤਦ ਤੱਕ ਜੀਵ ਹੈਗਾ। ਔਰ ਜੀਵ ਨੂੰ ਖਿੱਚਣ ਦੇ ਲਈ ਇੱਕ ਚੀਜ਼ ਚਾਹੀਦੀ ਹੈ, ਉਹ ਹੈ ਇੱਛਾ। ਇੱਛਾ ਸ਼ਕਤੀ ਦੇ ਨਾਲ ਕੀ ਹੁੰਦਾ ਹੈ ਕਿ ਆਪਾਂ ਇੱਛਾਵਾਂ ਦੇ ਵਿੱਚ ਤੁਰਦੇ ਹਾਂ। ਤੁਸੀਂ ਜਿੰਨਾ ਚਿਰ ਤੱਕ ਤੁਰਦੇ ਰਹੋਗੇ ਤੁਹਾਡਾ ਜੀਵਨ ਤੁਰਿਆ ਜਾਣਾ। ਪਰ ਬਾਣੀ ਚ ਇੱਕ ਤੁਕ ਆਉਂਦੀ ਹੈ, ਐਸੀ ਮਰਨੀ ਜੋ ਮਰੇ, ਬੌਰ ਨਾ ਮਰਨਾ ਹੋਏ। ਮਰਨ ਨੂੰ ਤੇ ਆਪਾਂ ਮਰਦੇ ਹੀ ਪਏ, ਪਰ ਇਸ ਮੌਤ ਦੀ ਗੱਲ ਨਹੀਂ ਕਰਦੇ। ਉਹ ਕਹਿੰਦੇ ਕਿ ਇੱਛਾਵਾਂ ਦਾ ਮਰ ਜਾਣਾ ਹੀ ਅਸਲੀ ਮੌਤ ਹੈ। ਕਿ ਜਦ ਤੱਕ ਤੁਹਾਡੀ ਇੱਛਾ ਨਹੀਂ ਨਾ ਮਰਦੀ। ਦੇਖੋ ਇੱਕ ਮੱਛੀ ਹੈ, ਮੱਛੀ ਦੇ ਸਾਹਮਣੇ ਕਾਂਡਾ ਪਾਇਆ, ਕੁੰਡੀ ਪਾਈ ਗਏ, ਕਾਂਟਾ ਪਾਇਆ। ਕਾਂਟਾ ਜਦੋਂ ਮੱਛੀ ਖਾਂਦੀ ਹੈ ਤੇ ਉਹ ਫਿਰ ਉਹਨੂੰ ਸ਼ਿਕਾਰੀ ਫੜ ਲੇਗਾ। ਹੁਣ ਜਦੋਂ ਇੱਛਾ ਸ਼ਕਤੀ ਜਦੋਂ ਆਪਣੇ ਅੰਦਰੋਂ ਖਤਮ ਹੋ ਜਾਂਦੀ ਨਾ, ਭਗਤੀ ਦੇ ਨਾਲ ਇਹ ਸਾਰਾ ਕੁਝ ਹੋਣਾ ਹੈ। ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਇਹ ਜਸਟ ਆਪਾਂ ਡਿਸਕਸ ਕਰ ਰਹੇ ਹਾਂ ਕਿ ਇਹ ਚੀਜ਼ਾਂ ਕਿੱਦਾਂ ਹੋਣਗੀਆਂ। ਤੇ ਜਦੋਂ ਆਪਾਂ ਉਸ ਅਵਸਥਾ 'ਚ ਆ ਜਾਂਦੇ ਹਾਂ, ਸਾਹਮਣੇ ਆਹਾਰ ਹੈਗਾ, ਭੋਗ ਹੈਗਾ, ਪਰ ਆਪਾਂ ਮੱਛੀ ਵਾਂਗੂ ਉਹਨੂੰ ਖਾਂਦੇ ਨਹੀਂ। ਤੇ ਜਦੋਂ ਨਹੀਂ ਖਾਂਦੇ ਆ ਤੇ ਉਹ ਸਾਡੇ ਮੂੰਹ 'ਚ ਆਪੇ ਥੋੜੀ ਵੜ ਚੱਲੀ। ਕਰਮ ਕਰਾਂਗੇ ਉਸ ਤੋਂ ਬਾਅਦ ਹੀ ਉਹਦਾ ਫਲ ਬਣਦਾ ਹੈ। ਆਪਾਂ ਕਰਮ ਨਹੀਂ ਕਰਨ ਤੋਂ ਰੋਕ ਸਕਦੇ। ਕਰਮ ਤੇ ਮੈਂ ਬੋਲਦਾ ਪਿਆ, ਇਹ ਵੀ ਕਰਮ ਆ। ਹਰ ਇੱਕ ਚੀਜ਼ ਜੋ ਵੀ ਤੁਸੀਂ ਕਰਦੇ ਜੋ, ਕਰਮ ਤੋਂ ਬਿਨਾਂ ਕੁਛ ਨਹੀਂ ਹੈਗਾ। ਕਰਮ ਤੇ ਹੈਗਾ, ਪਰ ਕਰਮ ਉਹਨਾਂ ਚਿਰ ਤੱਕ ਫਲ ਨਹੀਂ ਦਿੰਦਾ ਜਿੰਨਾ ਚਿਰ ਤੱਕ ਤਰਾਜੂ ਇਹਦਾ ਬੈਲੈਂਸ ਆਊਟ ਨਹੀਂ ਹੁੰਦਾ। ਜਦੋਂ ਤੁਸੀਂ ਧਰਮ ਦੇ ਤਰਾਜੂ ਤੋਂ ਥੋੜਾ ਇੱਧਰ ਉੱਧਰ ਹੋ ਜਾਂਦੇ ਨਾ, ਨਿੱਜਾ ਸਾਹਿਬ, ਤਾਂ ਫਲ ਲੱਗਣਾ ਉਹਨੂੰ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ। ਉਹਨੇ ਨਹੀਂ ਜੇ ਰੁਕਣਾ। ਜਦੋਂ
ਤੁਸੀਂ ਧਰਮ ਦੇ ਵਿੱਚ ਜੀਵਨ ਬਤੀਤ ਕਰਦੇ ਜੋ, ਉਹਦੇ ਤੇ ਕੋਈ ਫਲ ਹੀ ਨਹੀਂ ਹੈਗਾ। ਉਹ ਤੇ ਆਤਮਾ ਕੋਈ ਕਰਮ ਕਰਦੀ ਨਹੀਂ, ਉਹ ਹੋ ਰਿਹਾ, ਉਹਦੇ ਚ ਕੋਈ ਤੋੜ-ਫੋੜ ਨਹੀਂ ਕਰ ਰਹੇ। ਬਿਲਕੁਲ ਜੋ ਆ ਰਿਹਾ ਉਹਨੂੰ ਕਰੋ, ਤੁਸੀਂ ਆਪਣਾ ਜੀਵਨ ਬਤੀਤ ਕਰੋ, ਮਿਹਨਤ ਕਰੋ, ਆਪਣੀ 10 ਨੌਵਾਂ ਦੀ ਕਮਾਈ ਕਰੋ, ਕੋਈ ਕਹਾਣੀ ਨਹੀਂ, ਕੋਈ ਪ੍ਰੋਬਲਮ ਨਹੀਂ ਹੈ। ਭਾਵੇਂ ਤੁਸੀਂ ਕੇਸੀ ਕੀ ਭਾਵੇਂ ਜਹਾਜ਼ ਖਰੀਦ ਲਓ। ਆਪਣਾ ਜੋ ਤੁਹਾਡਾ ਇੱਕ ਬੈਲੈਂਸ ਹੈਗਾ, ਬੈਲੈਂਸ ਨੂੰ ਰੱਖ ਕੇ ਤੁਰੇ ਜਾਓ, ਕੋਈ ਗੱਲ ਹੀ ਨਹੀਂ। ਪਰ ਜਦੋਂ ਬੈਲੈਂਸ ਖਰਾਬ ਹੋ ਗਿਆ ਤੇ ਫਿਰ ਅਸੀਂ ਤਾਂ ਆਪਾਂ ਤੁਰ ਨਹੀਂ ਸਕਦੇ, ਆਪਾਂ ਡਿੱਗ ਪੈਣਾ। ਠੀਕ ਹੈ ਜੀ। ਔਰ ਜਦੋਂ ਡਿੱਗਾਂਗੇ ਤਾਂ ਆਪਾਂ ਨੂੰ ਸੱਟ ਵੀ ਲੱਗੂ। ਇਹੋ ਹਿਸਾਬ ਇੱਥੇ ਹੈ। ਇਹ ਕਹਿੰਦੇ ਆ ਕਿ ਨੇਚਰ ਹੋਣਾ ਹੈ, ਆਪਣੇ ਅੰਦਰੋਂ ਸਥਿਰ ਹੋਣਾ ਬੜਾ ਜ਼ਰੂਰੀ ਹੈ। ਔਰ ਇਹ ਸਥਿਰ ਤੁਸੀਂ ਉਦੋਂ ਹੀ ਹੋ ਸਕਦੇ ਜਦੋਂ ਤੁਹਾਡੇ ਜੀਵਨ 'ਚ ਧਰਮ ਆਏਗਾ। ਧਰਮ ਭਗਤੀ ਤੋਂ ਬਿਨਾਂ ਨਹੀਂ ਆ ਸਕਦਾ, ਤੇ ਭਗਤੀ ਤੋਂ ਬਿਨਾਂ ਜਿਹੜਾ ਨਹੀਂ ਧਰਮ ਆਵੇਗਾ ਜਦੋਂ ਤੁਹਾਡਾ ਚਿੱਤ ਇਕਾਗਰ ਹੋ ਗਿਆ, ਤੁਹਾਡਾ ਚਿੱਤ ਨਿਰਮਲ ਹੋ ਗਿਆ, ਮਨ ਜਦੋਂ ਐ ਸ਼ੁੱਧ ਹੋ ਗਿਆ। ਤੇ ਭਗਤੀ ਤੋਂ ਬਿਨਾਂ ਮਨ ਨੇ ਨਾ ਤੇ ਬਦਲਣਾ ਹੈ ਤੇ ਨਾ ਹੀ ਚਿੱਤ ਨੇ ਨਿਰਮਲ ਹੋਣਾ। ਹਾਂਜੀ ਨਿਰਜਲ ਸਾਹਿਬ ਅੱਗੇ ਚੱਲੀਏ। ਆਪ ਕਹਿਣਾ ਚਾਹੁੰਦੇ ਕੁਛ? ਨਹੀਂ, ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਕਿਉਂਕਿ ਭਗਤੀ ਦੇ ਬਗੈਰ ਜਿਹੜਾ ਹੈਗਾ ਇਹ ਆਪਣਾ ਮਨ ਜਿਹੜਾ ਹੈਗਾ ਨੇ ਇਹ ਵਿਚਾਰਾਂ ਨੂੰ ਛੱਡ ਹੀ ਨਹੀਂ ਸਕਦਾ ਜਦ ਤੱਕ। ਔਰ ਭਗਤੀ ਹੈ ਹੀ ਜਿਹੜੀ ਹੈਗੀ ਆ ਉਹ ਆਪਣੇ ਮਨ ਨੂੰ ਦੇਖਣ ਦੀ ਭਗਤੀ ਹੈਗੀ। ਮਨ ਦੇ ਉੱਤੇ ਚੈੱਕ ਪੋਸਟ ਜਿਹੜਾ ਹੈਗਾ ਇਹ ਆਪਣਾ ਜਿਹੜਾ ਹੈਗਾ ਇਹਦੇ ਉੱਤੇ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਵਾਚਮੈਨ ਜਿਹੜਾ ਹੈਗਾ ਰੱਖਣ ਦੀ ਲੋੜ ਆ। ਆਪਣੀ ਸੁਰਤ ਜਿਹੜੀ ਹੈਗੀ ਉਹਨੇ ਵਾਚ ਕਰਨਾ ਇਹਨੂੰ, ਮਨ ਨੂੰ। ਬਸ ਆਪਣੀਆਂ ਜੋ ਮਨ ਦੀ ਡਿਮਾਂਡ ਉੱਠ ਰਹੀ ਹੈ, ਮਨ ਦੇ ਵਿੱਚੋਂ ਜੋ ਤਰੰਗਾਂ ਉੱਠ ਰਹੀਆਂ ਆ, ਇਹਨਾਂ ਤਰੰਗਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਛੱਡਣਾ ਹੈਗਾ। ਆਹੀ ਜਿਹੜੀ ਹੈਗੀ ਆ ਇਹਦੀ ਜੈਨੂਇਨ ਜਿਹੜੀ ਹੈਗੀ ਜਿੰਨੀ ਕਿ ਨੀਡ ਹੈਗੀ ਹੁਣ ਉੱਥੇ ਤੱਕ ਹੀ ਰੱਖਣਾ ਹੈ। ਆਹੀ ਜਿਹੜੀ ਹੈ ਵਾਚ ਹੈਗੀ ਹੈ। ਤੇ ਅੱਗੇ ਪੌੜੀ ਆ ਗਈ ਆਖਰੀ। ਬਹੁਤ ਉਚਾਈ ਹੈ ਜੀ ਗਿਆਨ ਦੇ ਵਿੱਚ, ਸਲੂਟ ਹੈ ਮਹਾਰਾਜ ਨੂੰ। ਪੌੜੀ ਆਪੇ ਜਗਤ ਉਪਾਇਨ ਕਰ ਪੂਰਾ ਥਾਟ। ਕਹਿੰਦੇ ਉਸ ਮਾਲਕ ਨੇ ਇਹ ਸੰਸਾਰ ਬਣਾਇਆ ਹੈ ਨਾ, ਇਹਦੇ ਵਿੱਚ ਪਿਆਰਿਓ ਇਹਦੇ ਵਿੱਚ ਕੋਈ ਵੀ ਕਮੀ ਨਹੀਂ ਹੈਗੀ। ਇਹ ਥਾਟ ਪੂਰਾ ਹੈਗਾ, ਟੋਟਲ ਕੰਪਲੀਟ ਹੈਗਾ, ਇਹਦੇ ਵਿੱਚ ਅਧੂਰਾਪਨ ਨਹੀਂ ਹੈਗਾ। ਉਸ ਮਾਲਕ ਨੇ ਜੋ ਖੇਡ ਰਿਹਾ ਹੈ ਉਹ ਪੂਰੀ ਬਿਲਕੁਲ ਹਰ ਪਾਸਿਓਂ ਪੂਰੀ ਹੈਗੀ ਹੈ। ਆਪੇ ਜਗਤ ਉਪਾਇਨ ਪੈਦਾ ਕੀਤਾ ਹੈ ਮਾਲਕ ਨੇ, ਆਪਣੇ ਵਿੱਚੋਂ ਪੈਦਾ ਕੀਤਾ ਹੈ ਮਾਲਕ ਨੇ, ਉਹਦੇ ਵਿੱਚ ਗੇਮ ਹੋ ਰਹੀ ਹੈ। ਆਪੇ ਜਗਤ ਉਪਾਇਨ ਕਰ ਪੂਰਾ ਥਾਟ, ਆਪੇ ਸ਼ਾਹ ਆਪੇ ਵਣਜਾਰਾ, ਆਪੇ ਹੀ ਹਰ ਹਾਟ। ਦੇਖੋ ਉਹਦੇ ਵਿੱਚ ਹੀ ਉਹੀ ਸ਼ਾਹੂਕਾਰ ਹੈਗਾ ਔਰ ਉਹੀ ਜਿਹੜਾ ਹੈਗਾ ਬਿਜ਼ਨਸ ਕਰਨ ਵਾਲਾ ਆ। ਇਹ ਜੀਵ ਜਿਹੜੇ ਹੈਗੇ ਇਹ ਮਾਲਕ ਹੀ ਹੈਗਾ, ਉਹਦੇ ਵਿੱਚੋਂ ਹੀ ਆ। ਇਹ ਆਤਮਾਵਾਂ ਉਸੇ ਦੀਆਂ ਅੰਸ਼ ਹੈਗੀਆਂ। ਔਰ ਇਹ ਹੱਟੀ ਜਿਹੜੀ ਹੈਗੀ ਜਿੱਥੇ ਗੇਮ ਚੱਲ ਰਹੀ ਹੈ, ਜੋ ਸੰਸਾਰ ਹੈਗਾ ਇਹ ਸਾਰਾ ਦਾ ਸਾਰਾ ਉਸੇ ਮਾਲਕ ਪਰਮਾਤਮਾ ਦੀ ਸ਼ਕਤੀ ਹੈਗੀ। आपे जगत उपायन कर पूरा थाट, आपे शाह आपे वणजारा, आपे ही हर हाट, आपे सागर आपे बोहता, आपे ही खेवाट। कहते संसार समुंदर हैगा, ये सागर वो मालक परमात्मा ही हैगा पाए। और जहाज जिहड़ा हैगा इस चों बाहर कड्ढण वाला वो भी मालक परमात्मा है। और जहाज का मलाह जिहड़ा हैगा वो भी मालक परमात्मा ही हैगा पाए। संसार तो बाहर कड्ढण वाला ब्रह्म ज्ञानी के रूप दे विच भी मालक ही हैगा। और जो नाम हैगा जिहदे द्वारा ध्यान सिमरन हैगा वो भी मालक परमात्मा ही है, जिहदे द्वारा जिहड़ा हैगा ये जीवां नूं आपां नूं संसार समुंदर तो बाहर कढ लैंदा है। आपे गुर चेला है आपे दसे घाट। कहते गुरु भी मालक परमात्मा ही हैगा ते ज्ञान लैण वाला जिहड़ा हैगा, शिक्षा लैण वाला, सिक्ख्या लैण वाला सिख गुरसिख जिहड़ा हैगा वो भी मालक परमात्मा ही हैगा भाई। आपे दसे घाट, वो मालक परमात्मा जिहड़ा हैगा उसे ने आपां नूं पार, घाट का मतलब हुंदा है दरिया हैगा ते घाट का मतलब बई परला किनारा। आपां हुण उरवाड़ तो चल पे आ, मझधार दे विच हैगे आ ते परला किनारा जिहड़ा घाट हैगा वो भी मालक परमात्मा ਉਹੀ ਦੱਸਦਾ ਹੈਗਾ ਭਾਈ, ਉਹੀ ਦੱਸਦਾ ਹੈਗਾ ਬਈ ਤੇਰੀ ਆਤਮਾ ਤੱਕ ਦੀ ਯਾਤਰਾ ਹੈਗੀ। ਇਸ ਕਰਕੇ ਆਖਰੀ ਲਾਈਨ ਆਈ ਆ,
ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਕ ਕਾਟ। ਬਸ ਪਿਆਰਿਆ ਮਿੱਤਰਾ, ਜੇ ਤੈਨੂੰ ਗਿਆਨ ਮਿਲ ਗਿਆ ਹੈ ਨਾ ਪਿਆਰਿਆ, ਆ ਗਿਆਨ ਤੇਰੇ ਪੱਲੇ ਪੈ ਗਿਆ ਆ, ਤੇ ਬਸ ਹੁਣ ਅਵੇਸਲਾ ਨਾ ਹੋ। ਹੁਣ ਜਿਹੜਾ ਹੈਗਾ ਸਮਾਂ ਇੱਧਰ ਉੱਧਰ ਨਾ ਬਰਬਾਦ ਕਰ, ਧਿਆਨ ਦੇ ਵਿੱਚ ਚਲੇ ਜਾ, ਤੇ ਇਸੇ ਦੇ ਨਾਲ ਤੇਰਾ ਸਾਰਾ ਜਿੰਨਾ ਵੀ ਲੇਖਾ ਜੋਖਾ ਜਦ ਦਾ ਤੂੰ ਪੈਦਾ ਹੋਇਆ ਆ, ਉਹ ਸਾਰੇ ਦੇ ਸਾਰਾ ਤੇਰਾ ਲੇਖਾ ਜੋਖਾ ਉਹ ਜ਼ੀਰੋ ਹੋ ਜਾਏਗਾ ਭਾਈ। ਸਾਰਾ ਦਾ ਸਾਰਾ ਤੇਰਾ ਬੈਲੈਂਸ ਧਰਮਰਾਜ ਦੀ ਬਾਕੀ ਸਾਰੀ ਖਤਮ ਹੋ ਜਾਏਗੀ। शुद्ध ये बाद में शुद्ध की गई है, ये वार पूरी हो गई। हाँ जी गोरगी साहब। हाँ जी ठीक है जी। साध संगत जी देखो, मान लो महापरलो आ जाए ते सब कुछ खत्म हो जाए, ते बाकी कौन रह जाएगा? परमात्मा। ए कथा की व्याख्या करने पहलों आप विचार करिए। मान लो ये सब कुछ खत्म हो जाए, बाकी कौन रह गया? परमात्मा। ये तो मतलब जे वो रह गया तो फिर ओदे अंदरों ही सब कुछ फिर बनना है, तो बनना किदे राही आ? परमात्मा दे राही, क्योंकि है ही वो आ, ओदे अंदर ही है सारा कुछ। वो कोई बंदा थोड़ी है, कोई बुढ़ी थोड़ी है कि जिन्हों आप आइडेंटिफाई कर लीए। वो की है, वो ही जानता है। ਇਹ ਜਸਟ ਬ੍ਰਹਮ ਗਿਆਨੀਆਂ ਨੇ ਇੱਕ ਚੀਜ਼ ਲੱਭੀ ਆ ਕਿ ਜਦੋਂ ਨਿਰਵਿਚਾਰ ਆਪਾਂ ਹੋ ਜਾਂਦੇ ਆ ਨਾ, ਤੇ ਆਪਣੇ ਜੀਵਨ ਚੋਂ ਜਿਹੜੀ ਗੰਦਗੀ ਉਹ ਖਤਮ ਹੋ ਜਾਂਦੀ ਆ। ਹੋਰ ਤਾਂ ਕੁਝ ਵੀ ਨਹੀਂ ਲੱਭਿਆ ਉਹਨਾਂ ਨੇ। ਨਿੱਜਰ ਸਾਹਿਬ ਬਿਲਕੁਲ ਸਹੀ ਆ ਜੀ ਗੋਰਖੀ ਸਾਹਿਬ, ਬਿਲਕੁਲ ਸਹੀ, ਬਿਲਕੁਲ ਹੀ। ਪਰਮਾਤਮਾ ਨੂੰ ਕੋਈ ਤੁਸੀਂ ਜਾਣ ਥੋੜੀ ਲਿਆਓਗੇ, ਆਪਾਂ ਪਰਮਾਤਮਾ ਨੂੰ ਅਨੁਭਵ ਕਰ ਸਕਦੇ ਆ। ਬਾਣੀ ਜਿਵੇਂ ਲਿਖਿਆ, ਸੋ ਦਰ ਕਿਹਾ ਸੋ ਘਰ ਕਿਹਾ ਵਿੱਚ ਮੈਂ ਸਰਬ ਸੰਭਾਲੇ। ਤੂੰ ਕਿੱਦਾਂ ਸਾਰਾ ਤੇਰਾ ਘਰ ਆ, ਇਹ ਤੂੰ ਕਿੱਦਾਂ ਕਰਦਾ? ਆਪਾਂ ਵੇਖ ਨਹੀਂ ਸਕਦੇ ਉੱਥੇ ਜਾ ਕੇ। ਆਪਾਂ ਕੇਵਲ ਇੱਕ ਕੰਮ ਕਰ ਸਕਦੇ ਹਾਂ, ਤੁਸੀਂ ਧਿਆਨ ਸਿਮਰਨ ਕਰੋ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ 'ਚ ਇਹੋ ਲਿਖਿਆ, ਭਗਤੀ ਕਰ, ਧਿਆਨ ਸਿਮਰਨ ਕਰ। ਜਦੋਂ ਤੇਰਾ ਧਿਆਨ ਇਕਾਗਰ ਹੋਇਆ ਨਾ, ਐਟੋਮੈਟਿਕਲੀ ਤੇਰਾ ਸਾਰਾ ਜਿਹੜਾ ਅੰਦਰ ਦਾ ਜਿਹੜਾ ਗੰਦ ਮੰਦ ਉਹ ਬਾਹਰ ਆ ਜਾਣਾ। ਤੇਰੀਆਂ ਇੰਦਰੀਆਂ ਸ਼ੁੱਧ ਹੋ ਜਾਣਗੀਆਂ। ਹੌਲੀ ਹੌਲੀ ਕਰਕੇ ਜਿਵੇਂ ਜਿਵੇਂ ਤੇਰੇ ਅੰਦਰ ਜਿਹੜੀ ਗੰਦਗੀ ਘਟੀ, ਤੇ ਧਰਮ ਦਾ ਤਰਾਜੂ ਤੇਰਾ ਬਰਾਬਰ ਜੋਖੂਗਾ, ਤੇ ਤੂੰ ਭਵ ਸਾਗਰ ਚੋਂ ਬਾਹਰ ਆ ਜਾ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ। ਇਸ ਤੋਂ ਵੱਧ ਗੱਲ ਨਹੀਂ ਜੋ ਹੋਈ। ਤੇ ਨਾ ਤੁਹਾਨੂੰ ਪਤਾ ਲੱਗ ਜਾਣਾ ਵਾ ਕਿ ਕੱਲ ਤੁਸੀਂ ਬ੍ਰਹਮ ਗਿਆਨੀ ਬਣ ਜਦੋਂ ਕਹੋਗੇ ਪਤਾ ਲੱਗ ਜੇ ਸ੍ਰਿਸ਼ਟੀ ਕਿੱਦਾਂ ਬਣੀ ਆ, ਫਿਰ ਮੈਂ ਦੱਸਾਂ ਕਿ ਪਰਮਾਤਮਾ ਕਿੱਦਾਂ ਕੰਮ ਚਲਾਉਂਦਾ ਹੈ। ਇਹ ਨਹੀਂ ਜੋ ਪਤਾ ਲੱਗਣਾ, ਬਿਲਕੁਲ ਨਹੀਂ ਪਤਾ। ਉਹ ਕਿੱਥੋਂ ਪਤਾ ਲੱਗੂਗਾ? ਇਹ ਨਿੱਕਾ ਜਿਹਾ ਛੋਟਾ ਜਿਹਾ ਮੀਟ ਦਾ ਪੀਸ ਹੁੰਦਾ, ਵੇਖੋ ਮਾਂ ਦੇ ਪੇਟ 'ਚ ਜਾ ਕੇ ਤੇ ਕਿੱਦਾਂ ਉਹ ਹੱਡੀਆਂ ਹੁੱਡੀਆਂ ਕਿੱਦਾਂ ਅੱਖਾਂ ਬਣ ਜਾਂਦੀਆਂ। ਇਹ ਚੀਜ਼ਾਂ ਦਾ ਗਿਆਨ ਸਾਨੂੰ ਹੋ ਸਕਦਾ ਹੈ? ਕਿੱਥੋਂ ਹੋਊਗਾ? ਉਹਦੇ ਅੰਦਰ ਵਾਲ ਨੇ, ਉਹਦੇ ਅੰਦਰ ਅੱਖਾਂ ਨੇ, ਉਹਦੇ ਅੰਦਰ ਫੇਫੜੇ, ਕਲੇਜੀ, ਹੱਡੀ, ਐਡੀਆਂ ਵੱਡੀਆਂ ਹੱਡੀਆਂ ਵੇਖੋ ਮੇਰੀਆਂ। ਮੈਂ ਜਦੋਂ ਮਰਾਂਗਾ ਤਾਂ ਘੱਟੋ ਘੱਟ 25-40 ਕਿਲੋ ਮੇਰੇ ਵਿੱਚੋਂ ਹੱਡੀ ਇਹ ਨਿਕਲਣੀਆਂ। ਇਹ ਕਿੱਥੋਂ ਆ ਗਈਆਂ? ਉਹਦੇ ਅੰਦਰ ਤਾਂ ਕੁਛ ਵੀ ਨਹੀਂ ਸੀ। ਇਹ ਦੰਦ ਕਿੱਥੋਂ ਆਏ? ਅੱਖਾਂ ਦੇ ਅੰਦਰ ਲੈਂਜ ਲੁੰਜ, ਜਿੰਨੀ ਦੁਨੀਆ ਭਰ ਦੀ ਨਾੜੀ ਸਾਡੀ ਵਾਇਰਿੰਗ ਆ, ਉਹਦੇ ਅੰਦਰ ਆ ਸਭ ਕੁਛ। ਨਿੱਜਰ ਸਾਹਿਬ, ਇਟ ਇਜ਼ ਸੋ ਬਹੁਤ ਜਾਦੂ ਹੈ, ਜਾਦੂ ਹੈ, ਜਾਦੂ ਹੈ। ਬਸ ਸਲੂਟ ਕਰਨ ਜੀ ਕਰਦਾ ਹੈ ਜੀ ਕਿ ਮਾਲਕ ਪਰਮਾਤਮਾ ਜਿਹੜਾ ਹੈਗਾ ਕੀ ਹੈਗਾ, ਬਸ ਕੀ ਮਾਲਕ ਕੀ ਹੈਗਾ, ਬਸ ਵਾਹ ਹੀ ਹੁੰਦੀ ਹੈ, ਹੋਰ ਤਾਂ ਕੋਈ ਅੱਖਰ ਹੀ ਹੈ ਨਹੀਂ। ਨਿੱਜਰ ਸਾਹਿਬ, ਯੂ ਕੈਨੋਟ ਕਹਿ ਨਹੀਂ ਸਕਦੇ ਕਿ ਉਹ ਪਰਮਾਤਮਾ ਏਡਾ ਵੱਡਾ ਹੈ। ਸਾਡੀ ਸਟੇਟਮੈਂਟ ਦੀ ਲੋੜ ਥੋੜੀ ਉਹਨੂੰ। ਠੀਕ ਹੈ ਜੀ, ਕਹਿੰਦੇ ਆਪੇ ਜਗਤ ਉਪਾਇਨ ਕਰ ਪੂਰਾ ਥਾਟ। ਉਹ ਜਗਤ ਪੈਦਾ ਕਰਦਾ ਜੀ, ਆਪ ਹੀ ਕਰਦਾ, ਆਪ ਹੀ ਬਣਾ ਦਿੰਦਾ। ਫਿਰ ਉਹਦੀ ਹਰ ਚੀਜ਼ ਜਿਹੜੀ ਹੈ ਉਹ ਪੂਰੀ ਹੈ। ਬਿਲਕੁਲ ਪੂਰੀ ਹੈ ਜੀ, ਪੂਰੀ ਹੈ। ਹੀ ਮੇਕ ਐਵਰੀਥਿੰਗ ਸੋ ਕੰਪਲੀਟ। ਤੁਸੀਂ ਵੇਖਿਆ ਹੈ ਕਿ ਤੁਹਾਡਾ ਖੂਨ ਹੈ, ਉਹ ਖੂਨ ਜਦੋਂ ਆਪਾਂ ਨੂੰ ਸੱਟ ਲੱਗਦੀ ਹੈ ਨਾ, ਉਸੇ ਟਾਈਮ ਉੱਥੇ ਖੂਨ ਨੂੰ ਬੰਦ ਕਰਨ ਵਾਸਤੇ ਵਾਈਟ ਬਲੱਡ ਪਹੁੰਚ ਜਾਂਦਾ ਵਾ, ਉੱਥੇ ਜਾ ਕੇ ਪ੍ਰੋਟੈਕਟ ਕਰਦਾ। ਨਹੀਂ ਤੇ ਆ ਦੁਨੀਆ ਤਾਂ ਉਦਾਂ ਹੀ ਖਤਮ ਹੋ ਜਾਣੀ ਸੀ। ਜੇ ਕਿਤੇ ਥੋੜਾ ਬਹੁਤਾ ਇਹ ਸਿਸਟਮ ਨਾ ਹੋਵੇ ਨਾ, ਇਹ ਸਾਰੀ ਸ੍ਰਿਸ਼ਟੀ ਖਤਮ ਹੋ ਜੇ। ਖੂਨ ਨੇ ਰੁਕਣਾ ਹੀ ਨਹੀਂ ਹੈ, ਖੂਨ ਰੁਕਦਾ ਹੀ ਨਹੀਂ। ਮਾਮੂਲੀ ਜੀ ਮਿਸਟੇਕ ਹੈ, ਬਿਲਕੁਲ ਮਾਮੂਲੀ ਮਿਸਟੇਕ ਹੈ। ਖੂਨ ਨੇ ਰੁਕਣਾ ਹੀ ਨਹੀਂ ਸੀ, ਚਾਹੇ ਜੋ ਮਰਜ਼ੀ ਕਰ ਲਓ। ਆਓ ਉਸ ਤੋਂ ਬਾਅਦ ਹੱਡੀਆਂ ਦਾ ਜੋੜ ਲਾ ਲਓ। ਜੇ ਹੱਡੀਆਂ ਦੇ ਵਿੱਚ ਸੋਲੂਸ਼ਨ ਜਾਂ ਨਾ ਨਿਕਲੇ ਅੰਦਰੋਂ, ਤੇ ਤੁਹਾਡੀਆਂ ਹੱਡੀਆਂ ਜੋੜਨੀਆਂ ਹੀ ਨਹੀਂ ਸੀ, ਅੱਧੀ ਦੁਨੀਆ ਉੱਦਾਂ ਹੀ ਮਰ ਜਾਣੀ। ਆਪ ਜਸਟ ਸੋਚੋ, ਇਹਦਾ ਮਤਲਬ ਕੀ ਉਹਨੇ ਤਾਂ ਡਿਜ਼ਾਈਨ ਤੁਹਾਡੇ ਸਰੀਰ ਦੀ ਹੱਡੀਆਂ, ਤੁਹਾਡੀ ਚਮੜੀ, ਤੁਹਾਡੇ ਨਹੁੰ,
ਤੁਹਾਡੀ ਜ਼ੁਬਾਨ, ਤੁਹਾਡੀਆਂ ਅੱਖਾਂ, ਤੁਹਾਡੀ ਸਕਿਨ, ਤੁਹਾਡੇ ਵਾਲ, ਜੋ ਮਰਜ਼ੀ ਕਹਿ ਲਓ, ਹਰ ਇੱਕ ਚੀਜ਼ ਹੈ ਉਹਦੇ ਲਈ ਇੱਕ ਸਪੈਸ਼ਲ ਕਿਸਮ ਦਾ ਵਿਟਾਮਿਨ ਹੈ, ਪ੍ਰੋਟੀਨ ਹੈ, ਮਿਨਰਲ ਹੈਗੇ ਨੇ, ਉਹ ਸਪੋਰਟ ਕਰਦੇ ਪਏ ਨੇ ਔਰ ਉਹਨਾਂ ਨੂੰ ਫਿਲਟਰੇਸ਼ਨ ਕਰਨ ਦੇ ਲਈ ਉਹ ਤੁਹਾਡਾ ਢਿੱਡ ਹੈਗਾ। ਕਿੰਨਾ ਸਫਾਈ ਨਾਲ ਬਣਾਇਆ ਉਹਨੇ, ਉਪਾਅ ਕੀਤਾ। ਮੈਂ ਉਹਦੀ ਸ਼ਕਤੀ ਨੂੰ ਦੱਸ ਤੇ ਨਹੀਂ ਪਾ ਰਿਹਾ, ਪਰ ਮੇਰੀ ਨਜ਼ਰ ਜਿੰਨਾ ਕੁ ਹੈਗੀ, ਮੇਰੀ ਜਿੰਨੀ ਕੁ ਹੈਸੀਅਤ ਹੈਗੀ, ਮੈਂ ਤੇ ਉਹਨਾਂ ਕੁ ਦੱਸ ਸਕਦਾ। ਔਰ ਗੁਰਕੀ ਸਾਹਿਬ ਇੱਕ ਚੀਜ਼ ਹੋਰ ਹੈਗੀ, ਦੇਖ ਲਓ, ਜੋ ਚੀਜ਼ ਉਹਨੇ ਬਣਾ ਦਿੱਤੀ ਉਹਦੇ ਵਰਗੀ ਦੂਜੀ ਚੀਜ਼ ਦੁਬਾਰਾ ਨਹੀਂ ਬਣਾਉਂਦਾ, ਉਹਦੇ 'ਚੋਂ ਫਰਕ ਹੋਏਗਾ। ਉਹੀ ਜੀ ਚੀਜ਼ ਦੋਨੋਂ ਸੇਮ ਨਹੀਂ ਬਣਦੀਆਂ ਭਾਈ। ਹਾਂਜੀ ਗੁਰਕੀ ਸਾਹਿਬ। ਹਾਂ ਨਿੱਜਰ ਸਾਹਿਬ, ਇੱਕ ਚੀਜ਼ ਹੋਰ ਦੇਖੋ, ਹੁਣ ਜਿਹੜੀ ਇੱਕ ਦੂਜੇ ਨਾਲ ਆਪਾਂ ਗੱਲਾਂ ਕਰਦੇ ਆ, ਉਹ ਗੱਲਾਂ ਸਾਡੇ ਅੰਦਰ ਰਿਕਾਰਡ ਹੋ ਰਹੀਆਂ ਨੇ, ਆਪਾਂ ਰਿਪੀਟ ਵੀ ਨਹੀਂ ਕਰਦੇ। ਪਤਾ ਵਾ ਕਿ ਗੱਲ ਨਿੱਜਰ ਸਾਹਿਬ ਨਾਲ ਕੱਲ ਕਿਹੜੀ ਗੱਲ ਹੋਈ? ਬਿਲਕੁਲ ਸਹੀ ਗੱਲ। ਦੇਖੋ ਕਿੰਨੀ ਵੱਡੀ ਗੱਲ ਆ ਬਹੁਤ ਕਿ ਔਰ ਉਸ ਤੋਂ ਬਾਅਦ ਸਾਨੂੰ ਇੰਨਾ ਪਤਾ ਕਿ ਸਾਡਾ ਘਰ ਕਿਹੜਾ, ਸਾਨੂੰ ਕਿ ਕਿਹੜੀਆਂ ਕੁੜੀਆਂ ਨੂੰ ਵੀ ਪਤਾ ਹੈ, ਉਹ ਵੀ ਦੂਜੇ ਦੇ ਆਲੇ ਚ ਨਹੀਂ ਜਾਂਦੇ, ਉਹ ਪਰੰਦੀ ਆਪਣੇ ਬੱਚੀ ਆਪਣੇ ਆਲੇ ਚ ਜਾਂਦੇ। ਇਹਦਾ ਮਤਲਬ ਥੋੜੀ ਮੈਮਰੀ ਜਿੰਨੀ ਕੁ ਲੋੜ ਹੈਗੀ ਆ ਉਸ ਪਰਮਾਤਮਾ ਨੇ ਪਾਈ ਆ। ਕਨਫਿਊਜ਼ਨ ਹੋਈ ਨਹੀਂ ਸੀ। ਜੇ ਸਾਡੇ ਅੰਦਰ ਮੈਮਰੀ ਨਾ ਹੁੰਦੀ ਤੇ ਭਾਈ ਅਸੀਂ ਪਹਿਲੇ ਜਾਨਵਰਾਂ ਨੂੰ ਪਹਿਲੇ ਕਿੱਥੇ ਤੁਰੇ ਫਿਰਨਾ ਸੀ, ਪਰ ਜਾਨਵਰ ਵੀ ਐਵੇਂ ਨਹੀਂ ਤੁਰੇ ਫਿਰਦੇ, ਉਹਨਾਂ ਨੂੰ ਵੀ ਪਤਾ ਕਿੱਥੇ ਘੁੰਮਣਾ। ਠੀਕ ਹੈ ਜੀ, ਇਹ ਸਭ ਉਹਨੇ ਪ੍ਰੈਕਟੀਕਲੀ ਚੀਜ਼ਾਂ ਪੈਦਾ ਕੀਤੀਆਂ ਨੇ, ਉੱਥੇ ਕੋਈ ਗਲਤੀ ਨਹੀਂ ਹੈਗੀ ਜੀ। ਉਹ ਪਰਮਾਤਮਾ ਹੈ, ਬਹੁਤ ਉੱਪਰ ਦੀ ਪਾਵਰ। ਫਿਰ ਅਗਲੇ ਬੰਨੇ ਨੇ ਜੇ ਅਗਲੀ ਤੋਂ ਕਬੂਲ ਹੋ ਜਾਏ, ਆਪੇ ਸ਼ਾਹ ਆਪੇ ਵਣਜਾਰਾ ਆਪੇ ਹੀ ਹਰ ਹਾਟ। ਸ਼ਾਹੂਕਾਰ ਜਿਹੜਾ ਹੈਗਾ, ਜਿਹਦਾ ਪੂਰੀ ਤੇ ਪੂਰਾ ਬਿਜ਼ਨਸ ਹੈਗਾ, ਉਹ ਵੀ ਕਹਿੰਦੇ ਉਹ ਮਾਲਕ ਪਰਮਾਤਮਾ ਦਾ ਹੀ ਬਿਜ਼ਨਸ ਹੈਗਾ, ਉਹੀ ਸ਼ਾਹੂਕਾਰ ਹੈ। ਤੇ ਬਿਜ਼ਨਸ ਕਰਨ ਵਾਲਾ ਜਿਹੜਾ ਵਣਜਾਰਾ ਹੈਗਾ, ਉਹ ਵੀ ਵਣਜਾਰੇ ਜਿਹੜੇ ਹੈਗੇ, ਉਹਦੇ ਜਿਹੜੇ ਸੇਲਸਮੈਨ ਹੈਗੇ, ਉਹ ਵੀ ਕਹਿੰਦੇ ਮਾਲਕ ਪਰਮਾਤਮਾ ਆਪ ਹੀ ਹੈਗਾ। ਤੇ ਆਪੇ ਹੀ ਹਰ ਹਾਟ, ਔਰ ਜੋ ਹੱਟੀ ਲਾਈ ਹੋਈ ਆ ਉਹ ਵੀ ਮਾਲਕ ਪਰਮਾਤਮਾ ਨੇ ਹੀ ਹੱਟੀ ਲਾਈ ਹੋਈ ਹੈ। ਹਾਂਜੀ ਵੀਰ। ਹਾਂਜੀ ਠੀਕ ਹੈ ਜੀ, ਇਹ ਸਾਰਾ ਕੁਝ ਉਹਨੇ ਆਪ ਲਾਇਆ। ਇੱਕ ਤਰਫ ਉਹ ਸ਼ਾਹ ਵੀ ਹੈ, ਵਪਾਰੀ ਹੈ, ਹਾਂ, ਤੇ ਫਿਰ ਅਗਲੇ ਬੰਨੇ ਵਣਜਾਰਾ ਵੀ ਆਪ ਹੈ। ਤੇ ਮਤਲਬ ਆਪ ਹੀ ਵੇਚਣ ਵਾਲਾ ਹੈ, ਆਪ ਹੀ ਖਰੀਦਣ ਵਾਲਾ ਹੈ, ਆਪ ਹੀ ਇਹਨੂੰ ਇਸਤੇਮਾਲ ਕਰੇਗਾ। ਦੁਕਾਨ ਤੇ ਉਹਦੀ ਹੈ, ਤੇ ਪਰਮਾਤਮਾ ਹੀ ਹੈ ਨਾ, ਪਰਮਾਤਮਾ ਤੋਂ ਇਲਾਵਾ ਤੇ ਕੁਝ ਵੀ ਨਹੀਂ ਹੈਗਾ। ਬਹੁਤ ਵਧੀਆ ਜੀ, ਬਿਲਕੁਲ ਸਹੀ ਗੱਲ। ਤੁਸੀਂ ਇੱਕ ਬੰਦੇ ਨਾਲ ਚੀਟਿੰਗ ਥੋੜੀ ਕਰ ਪਾ ਰਹੇ ਜੋ, ਤੁਸੀਂ ਉਹਦੇ ਅੰਦਰ ਬੈਠੀ ਆਤਮਾ ਨੂੰ ਚੀਟਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਉੱਥੇ ਪੰਗਾ ਪੈ ਜਾਣਾ ਬਸ। ਉੱਥੇ ਤੇ ਪੰਗਾ ਪੈ ਜਾਣਾ, ਉਸੇ ਸੰਸਕਾਰ ਬਣ ਜਾਣਾ। ਆਤਮਾ ਨੂੰ, ਆਤਮਾ ਸਾਖੀ ਹੈਗਾ, ਉਹ ਗਵਾਹੀ ਦੇ ਦਿੰਦਾ ਹੈ, ਚਿੱਤ ਚ ਲਿਖ ਦੋ ਚਰਨਜੀਤ ਨੇ ਏਦਾਂ ਕੀਤਾ ਬਸ। ਤੇ ਫਿਰ ਭੁਗਤ ਦੇ ਲਈ ਤਾਂ ਟਿਕਟ ਚਾਹੀਦੀ ਹੈ ਨਾ ਬੁੱਚ। ਤੁਸੀਂ ਸਫ਼ਰ ਕਰਨਾ ਹੈ, ਬਿਨਾਂ ਟਿਕਟ ਤੋਂ ਕਿੱਥੋਂ ਕਰੋਗੇ ਦੱਸੋ? ਬੰਦਾ ਜਦੋਂ ਮਰਦਾ ਹੈ ਨਾ, ਮਰਨ ਤੋਂ ਪਹਿਲੇ ਆਪਣਾ ਜਿਹੜਾ ਟੋਕਰਾ ਹੈ ਉਹ ਟਿਕਟਾਂ ਦਾ ਭਰ ਕੇ ਖੜਦਾ ਨਾਲ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ। ਇਹੀ ਇੱਛਾਵਾਂ ਹੀ ਤਾਂ ਟਿਕਟਾਂ ਹੈਗੀਆਂ। ਆਸ ਤੇ ਟੋਕਰਾ ਲਈ ਫਿਰ ਜੋ ਟੋਕਰਾ ਖਾਲੀ ਹੋਊਗਾ, ਜਿੱਦਾਂ ਖੂਹ ਦੀ ਟਿੰਡ ਨਹੀਂ ਹੈਗੀ ਵੇਖ ਖਾਲੀ ਹੁੰਦੀ, ਫਿਰ ਭਰਨ ਵਾਸਤੇ ਤੁਰੀ ਜਾਂਦੀ ਫਿਰ ਉਹ, ਕਿਉਂਕਿ ਉੱਥੇ ਉਹ ਜੁੜੀ ਹੈ ਨਾ, ਚੇਨ ਦੇ ਵਿੱਚ ਜੁੜੀ। ਜਦ ਤੱਕ ਚੇਨ ਚ ਹੈਗੀ ਉਹਨੂੰ ਥੱਲੇ ਜਾਣਾ ਹੀ ਪੈਣਾ ਵਾ। ਹਾਂ, ਇੱਕ ਤਰੀਕਾ ਹੈਗਾ, ਉਹਨੂੰ ਚੇਨ ਚੋਂ ਬਾਹਰ ਕੱਢ ਲਓ। ਉਹਨੂੰ ਬਾਹਰ ਕੱਢਣ ਦਾ ਤਰੀਕਾ ਇੱਕੋ ਹੀ ਆ ਕਿ ਉੱਪਰ ਜਦੋਂ ਆਉਂਦੀ ਹੈ, ਉੱਪਰ ਉਹ 84 ਲੱਖ ਜੂਨੀ ਦੇ ਵਿੱਚ ਜਿਹੜਾ ਮਨੁੱਖਾ ਜੀਵਨ ਹੈ, ਇਹੋ ਜੂਨੀ ਹੈ, ਇੱਥੋਂ ਤੁਸੀਂ ਆਪਣੇ ਆਪ ਨੂੰ ਬਾਹਰ ਕੱਢ ਸਕਦੇ ਆ। ਕਿਉਂਕਿ ਸਰੀਰ ਦਾ ਅੰਤ ਸਾਡਾ ਅੰਤ ਨਹੀਂ ਜਾਏਗਾ। ਬਾਣੀ ਕਹਿੰਦੀ ਉਹ ਮਰਨਾ ਵਾ ਜਿਸ ਨੂੰ ਮਰਨ ਤੋਂ ਬਾਅਦ ਤੈਨੂੰ ਦੁਬਾਰਾ ਮਰਨ ਦੀ ਲੋੜ ਨਾ ਪਵੇ। ਮਰ ਜਾਏ ਕਰੀ। ਔਰ ਮਰਨ ਦਾ ਤਰੀਕਾ ਕੀ ਆ? ਬ੍ਰਹਮਲੀਨ ਹੋ ਜਾ। ਤੇ ਬ੍ਰਹਮਲੀਨ ਹੋਣ ਦਾ ਤਰੀਕਾ ਕਿਹੜਾ? ਇਹ ਤੇ ਲੋਕਾਂ ਨੇ ਪਤਾ ਨਹੀਂ ਕਿਉਂ ਇੰਨੀ ਕਨਫਿਊਜ਼ਨ ਕ੍ਰੀਏਟ ਕਰਤੀ ਹੈ। ਤੁਸੀਂ ਨਿਰਮਲ ਹੋ ਜਾਓ ਬਸ, ਇਹੋ ਹੀ ਬ੍ਰਹਮਲੀਨ ਹੈ। ਬਿਲਕੁਲ ਸਹੀ ਹੈ ਜੀ। ਹਾਂ, ਹੋਰ ਕਿਤੇ ਪਤਾ ਇਹ ਨਾ ਸੋਚੋ ਕਿਤੇ ਰੱਬ ਦੇ ਘਰ ਤੇ ਪਹੁੰਚ ਜਾਣਾ। ਕਿਹੜੇ ਮੂਰਖਾਂ ਨੇ ਪਤਾ ਨਹੀਂ ਕਿੱਥੇ ਬਣਾ ਨੂੰ ਦਿੱਤਾ, ਉਹ ਕਿੱਥੇ ਜਾਣ ਦੀ ਲੋੜ ਨਹੀਂ ਆ। ਬ੍ਰਹਮ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈਗਾ। ਆ ਤੇ ਮੈਂ ਬਾਣੀ ਪੜ੍ਹੀ ਆ ਤੇ ਮੈਂ ਨੋਟਿਸ ਕਰ ਰਿਹਾ, ਇਟ ਇਜ਼ ਵੈਰੀ ਵੈਰੀ ਕਲੀਅਰ। ਜੇ ਇਹਨੂੰ ਔਖਾ ਕਰਨਾ ਤੇ ਕਿਸੇ ਲੰਡੇ ਜਿਹੇ ਸਾਧ ਕੋਲ ਚੱਲ ਜਾਓ, ਉਹਨੇ ਤੁਹਾਨੂੰ ਐਸਾ ਘਮਾਉਣਾ ਤੇ ਬਸ ਫਿਰ ਘੁੰਮੀ ਜਾਓ। ਇੱਥੇ ਇੱਕ ਚੀਜ਼ ਜਿਹੜੀ ਮੇਨ ਚੀਜ਼ ਛੁੱਟ ਰਹੀ ਆ, ਉਹ ਛੁੱਟ ਰਹੀ ਆ ਕਿ ਬਈ ਤੁਸੀਂ ਸੱਚ ਤੋਂ ਉੱਪਰ ਜਿਹੜੇ ਆਚਾਰ ਆ ਉਹ ਉਹਨਾਂ ਨੂੰ ਸਹੀ ਕਰੋ। ਔਰ ਜੇ ਨਹੀਂ ਹੁੰਦੇ ਤੇ ਫਿਰ ਭਗਤੀ ਕਰੋ। ਤੇ ਜੇ ਵਿਮਲ ਕੀਰਤੀ ਨਹੀਂ ਬਣਿਆ ਜਾਂਦਾ, ਵਿਮਲ ਕੀਰਤੀ ਤੇ ਕਹਿੰਦਾ ਵਾ
ਮੈਨੂੰ ਲੋੜ ਹੀ ਨਹੀਂ ਕਿਸੇ ਦੇ ਪੈਸੇ ਲੈਣ ਦੀ, ਮੈਂ ਮਿਹਨਤ ਕਰਕੇ ਖੜੂੰਗਾ, ਭਾਵੇਂ ਕਰੋੜ ਰੁਪਇਆ ਮੈਂ ਨਹੀਂ ਚੁੱਕਦਾ। ਪਰ ਉਹ ਕਹਿੰਦੇ ਨਹੀਂ ਬਣਿਆ ਜਾਂਦਾ, ਫਿਰ ਕੀ ਕਰੋ? ਫਿਰ ਕਹਿੰਦੇ ਸਾਧਕ ਬਣ, ਭਗਤੀ ਕੀ ਕਰੋ, ਫਿਰ ਇੱਕ ਹੋਰ ਆਪਸ਼ਨ ਨਹੀਂ ਹੈਗਾ। ਠੀਕ ਹੈ, ਤੇ ਇਹਦੇ ਵਿੱਚ ਕੋਈ ਕਹਾਣੀ ਨਹੀਂ ਹੈਗੀ ਕਿ ਤੁਸੀਂ ਪਹਿਲਾਂ ਦਾ ਜੀਵਨ ਕਿੱਦਾਂ ਦਾ ਬਤੀਤ ਕੀਤਾ। ਇਹ ਤੇ ਵੇਖੋ ਅਨੰਤ ਜਨਮਾਂ ਦੇ ਸੰਸਕਾਰ ਬਣੇ ਪਏ ਨੇ, ਉਹ ਜਿੰਨੇ ਮਰਜ਼ੀ ਭੋਗੀ ਜਾਈਏ ਉਹ ਤੇ ਕਿੱਥੋਂ ਖਤਮ ਹੋਣੇ ਆ ਨਾ। ਔਰ ਤੁਸੀਂ ਆਪਣਾ ਜੀਵਨ ਮਗਰੋਂ ਨਜ਼ਰ ਮਾਰ ਕੇ ਵੇਖੋ ਕੀ ਕੁਝ ਆਪਾਂ ਕਰਕੇ ਬੈਠੇ ਆ, ਉਹ ਕਾਫੀ ਜ਼ਿਆਦਾ ਹੈ। ਐਸੇ ਜਨਮ ਗੋਰਖੀ ਸਾਹਿਬ, ਐਸੇ ਜਨਮ ਦਾ ਜਿਹੜਾ ਹੈਗਾ ਦੇਖੋ ਹੀ ਬਹੁਤ ਜ਼ਿਆਦਾ ਹੈ, ਤੇ ਬਾਕੀ ਜਨਮਾਂ ਦੀ ਤਾਂ ਗੱਲ ਹੀ ਨਹੀਂ ਕਰ ਸਕਦੇ। ਹਾਂ, ਉਹ ਵੀ ਪ੍ਰਕਿਰਤੀ ਕਰਦੀ ਹੈ। ਪ੍ਰਕਿਰਤੀ ਕਿਤੇ ਇੱਕਦਮ ਥੋੜੀ ਸਾਡੇ ਤੇ ਬੋਝ ਪਾਉਂਦੀ ਹੈ। ਤੁਹਾਨੂੰ ਉਸ ਸਮੱਸਿਆ ਦੇ ਵਿੱਚ ਪਾਇਆ ਜਾਂਦਾ ਹੈ ਜਿਹੜੀ ਤੁਸੀਂ ਹੱਲ ਕਰ ਲਓ। ਤੁਹਾਡੇ ਮੋਢੇ ਤੇ ਪੰਡ ਉਹੀ ਰੱਖੀ ਜਾਂਦੀ ਆ। ਜੇਕਰ ਮੋਟੀ ਪੰਡ ਰੱਖਦੇ ਨਾ ਪ੍ਰਕਿਰਤੀ, ਤੇ ਇੱਥੇ ਲੱਕ ਟੁੱਟ ਜੇ ਸਾਡਾ, ਅਸੀਂ ਧਰਤੀ ਫਿਰ ਖਾਲੀ ਹੋ ਜੇ। ਬਿਲਕੁਲ, ਤੁਹਾਡੇ ਤੇ ਕੇਵਲ ਉਹਨਾਂ ਹੀ ਲੋਡ ਪਾਇਆ ਜਾ ਰਿਹਾ ਜਿੱਦਾਂ ਟਰੈਕਟਰ ਦੀ ਕਪੈਸਿਟੀ ਹੁੰਦੀ ਹੈ ਨਾ ਕਿ ਇੰਨਾ ਵਜਨ ਖਿੱਚ ਸਕਦਾ, ਉਸੇ ਤਰ੍ਹਾਂ ਹੀ ਇਹ ਜਿਹੜੇ ਤੁਹਾਡੇ ਤੇ ਸੰਸਕਾਰ ਪੈਂਦੇ ਨਾ ਉਹ ਲਿਮਟਿਡ ਨੇ, ਥੋੜੇ। ਉਹ ਹਾਈ ਲੈਵਲ ਦੀ ਬੁੱਧੀ ਹੈ, ਉਹ ਕੇਵਲ ਆਪਾਂ ਗੱਲਾਂ ਕਰਦੇ ਪਏ ਆ। ਮੈਂ ਕਿਹੜਾ ਜਾ ਕੇ ਵੇਖਿਆ ਉਹ ਜਿਸ ਆਪਾਂ ਬੋਲ ਰਹੇ ਕਿ ਜੋ ਮੈਨੂੰ ਦਿਖਦਾ ਪਿਆ ਕਿ ਸਾਡੇ ਤੇ ਜੇਕਰ ਕੋਈ ਚੀਜ਼ ਨਾਜ਼ਲ ਹੁੰਦੀ ਹੈ, ਸਾਡੇ ਤੇ ਚੀਜ਼ ਕੋਈ ਆਉਂਦੀ ਹੈ, ਤੇ ਉਹ ਸਾਡੀ ਹੈਸੀਅਤ ਅਨੁਸਾਰ ਆਉਂਦੀ ਹੈ, ਜਿੰਨੀ ਕਹੀਂ ਹਜਮ ਕਰ ਲਈਏ। ਠੀਕ ਹੈ ਜੀ, ਬਿਲਕੁਲ ਸਹੀ ਹੈ ਜੀ। ਆਪੇ ਅਗਲੇ ਬੰਨੇ ਕਹਿੰਦੇ ਆਪੇ ਸਾਗਰ ਆਪੇ ਬੋਹਿਤਾ ਆਪੇ ਹੀ ਖੇਵਾਟ। ਕਹਿੰਦੇ ਸੰਸਾਰ ਸਮੁੰਦਰ ਵੀ ਉਹੀ ਮਾਲਕ ਹੈ ਭਾਈ, ਉਹਦੇ ਅੰਦਰ ਹੀ ਗੇਮ ਚੱਲ ਰਹੀ ਹੈ ਸਾਰੀ ਦੀ ਸਾਰੀ। ਆਪੇ ਬੋਹਿਤਾ, ਜਹਾਜ਼ ਵੀ ਉਹ ਮਾਲਕ ਪਰਮਾਤਮਾ ਹੀ ਹੈਗਾ ਭਾਈ, ਜਿਸ ਉਹਨੇ ਹੀ ਜਿਹੜਾ ਹੈਗਾ ਆਪ ਹੀ ਕੱਢ ਲੈਣਾ ਹੈ, ਤੇ ਆਪੇ ਹੀ ਖੇਵਾਟ। ਔਰ ਕੱਢਣਾ ਜਿਹੜਾ ਹੈਗਾ ਬ੍ਰਹਮ ਗਿਆਨੀਆਂ ਦੇ ਥਰੂ ਜਿਹੜਾ ਹੈਗਾ ਉਹ ਵੀ ਮਾਲਕ ਪਰਮਾਤਮਾ ਆਪ ਹੀ ਹੈ, ਬ੍ਰਹਮ ਗਿਆਨੀਆਂ ਦੇ ਰੂਪ ਦੇ ਵਿੱਚ। ਬ੍ਰਹਮ ਗਿਆਨੀਆਂ ਦੇ ਰੂਪ ਦੇ ਵਿੱਚ ਹੀ ਸਿੱਖਿਆ ਦੇ ਕੇ ਕੱਢ ਲੈਂਦਾ, ਆਪਣੇ ਆਪ ਨੂੰ ਹੀ ਕੱਢ ਲੈਂਦਾ, ਆਪਣੇ ਵਿੱਚੋਂ ਹੀ ਕੱਢ ਲੈਂਦਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਵੇਖੋ ਆਪ ਹੀ ਉਹ ਸਾਗਰ ਹੈ, ਫਿਰ ਉਹ ਮਲਾਹ ਵੀ ਹੈ, ਕੋਈ ਇੱਕ ਤਰਫ ਜਹਾਜ਼ ਵੀ ਆਪ ਹੀ ਹੈ। ਤੇ ਫਿਰ ਦੇਖੋ, ਫਿਰ ਭਾਵ ਸਾਗਰ ਤੋਂ ਨਿਕਲਣ ਦੇ ਲਈ ਫਿਰ ਬ੍ਰਹਮ ਗਿਆਨੀ ਵੀ ਛੱਡ ਪੈਦਾ ਕਰਦਾ ਹੈ ਆਪ। ਧਰਤੀ ਤੇ ਬ੍ਰਹਮ ਗਿਆਨੀ ਹੋਣੇ ਬੜੇ ਜ਼ਰੂਰੀ ਹੈ। ਹਾਂ, ਬ੍ਰਹਮ ਗਿਆਨੀ ਨਹੀਂ ਹੈ ਤੇ ਬਸ ਫਿਰ ਤਾਂ ਕੋਈ ਨਿਕਲ ਹੀ ਨਹੀਂ ਸਕਦਾ ਗੋਰਖੀ ਸਾਹਿਬ। ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਬਈ ਅਸੀਂ ਫਸੇ ਹੋਏ ਆ, ਕਿਸੇ ਨੂੰ ਕੀ ਪਤਾ ਲੱਗਣਾ। ਭੋਗ ਪਾ ਕੇ ਹੋ ਗਏ ਤੇ ਹੋ ਗਏ, ਬਸ ਐਵੇਂ ਹੀ ਚੱਲੀ ਜਾਣਾ। ਨਿੱਜੇ ਸਾਹਿਬ ਇੱਥੇ ਕਿੱਥੇ ਪਤਾ ਲੱਗਣ ਦਿਆ, ਤੇ ਥੋੜਾ ਪੜਿਆ ਤੇ ਰੌਲਾ ਪੈ ਗਿਆ ਥੋੜਾ ਜਿਹਾ। ਨਹੀਂ ਤੇ ਜ਼ਿਆਦਾਤਰ ਤੇ ਲੋਕੀ ਇਹ ਸੋਚਦੇ ਸੀ ਗੁਰਦੁਆਰੇ ਮੱਥਾ ਟੇਕਿਆ, ਪ੍ਰਸ਼ਾਦ ਖਾਧਾ ਤੇ ਪਾਣੀ ਦਾ ਪਾਠ ਪੜਿਆ ਤੇ ਬੋਲੀ ਕਰਦੇ ਅੰਮ੍ਰਿਤ ਛਕ ਲਓ, ਤੇ ਹਿੰਦੂ ਕਹਿੰਦੇ ਕੱਲ ਚ ਜਨੇਊ ਪਾ ਲਓ, ਤੇ ਮੁਸਲਮਾਨ ਕਹਿੰਦੇ ਆ ਕੁਝ ਹੋਰਾਂ ਦਾ ਹੋਣਾ ਵਾ ਸਿਸਟਮ। ਲੋਕੀ ਜਿਹਨੂੰ ਧਰਮ ਸਮਝੀ ਫਿਰਦੇ। ਬਿਲਕੁਲ ਸਹੀ ਗੱਲ ਹੈ। ਤੇ ਜੀਵਨ ਦੇ ਵਿੱਚ ਤੇ ਧਿਆਨ ਨਹੀਂ ਮਾਰਿਆ ਕਿ ਅਸਲ ਦੇ ਵਿੱਚ ਗੁਰੂਆਂ ਨੇ ਤੇ ਏਦਾਂ ਦੀ ਗੱਲ ਕਹੀ ਨਹੀਂ। ਗੁਰੂ ਉੱਥੇ ਕਹਿੰਦੇ ਕਿ ਤੂੰ ਕਰਮ ਦੇਖ ਆਪਣੇ, ਤੇਰੇ ਕਰਮ ਕਿੱਧਰ ਹੈ ਤੂੰ, ਔਰ ਤੂੰ ਜਿਹੜੇ ਕਰਮ ਕਰਦਾ ਤੂੰ ਉਧਰ ਹੀ ਜਾ ਰਹੇ। ਫਿਰ ਤੂੰ ਜਿਹੜਾ ਅੱਧਾ ਘੰਟਾ ਉੱਥੇ ਜਾ ਰਿਹਾ ਨਾ ਗੁਰਦੁਆਰੇ ਧਾਰਮਿਕ ਸਥਾਨਾਂ ਤੇ, ਤੂੰ ਉੱਧਰ ਨਹੀਂ ਜਾ ਰਿਹਾ। ਤੂੰ ਜਾਣਾ ਉੱਧਰ ਹੀ ਜਿੱਧਰ ਨਜਸਾ ਤੇਰੇ ਕਰਮ ਜਾਣਦੇ ਆ। ਬਿਲਕੁਲ ਸਹੀ ਗੱਲ ਆ। ਇਹ ਕਹਿੰਦੇ ਡੋਂਟ ਮੇਕ ਯੂਰਸੈਲਫ ਕਨਫਿਊਜ਼ ਨਾ ਕਰੋ ਆਪਣੇ। ਆਪੇ ਗੁਰ ਚੇਲਾ ਹੈ ਆਪੇ ਦੱਸੇ ਘਾਟ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਆਪ ਹੀ ਗੁਰੂ ਹੈਗਾ, ਬ੍ਰਹਮ ਗਿਆਨੀ ਹੈ ਦੇ ਰੂਪ ਦੇ ਵਿੱਚ ਹੀ ਉਹ ਮਾਲਕ ਪਰਮਾਤਮਾ ਆਪ ਹੀ ਹੈਗਾ। ਔਰ ਜਿਹੜਾ ਚੇਲਾ ਹੈਗਾ, ਸਿੱਖ ਹੈਗਾ, ਜਿਹੜਾ ਸਿੱਖਿਆ ਲੈਂਦਾ ਹੈ ਗੁਰੂ ਕੋਲੋਂ, ਉਹ ਵੀ ਕਹਿੰਦੇ ਉਹ ਮਾਲਕ ਪਰਮਾਤਮਾ ਹੀ ਹੈਗਾ। ਉਹਦੇ ਰੂਪ 'ਚ ਵੀ ਉਹ ਮਾਲਕ ਹੀ ਹੈਗਾ। ਤੇ ਰਸਤਾ ਜਿਹੜਾ ਹੈਗਾ ਦੱਸਣ ਵਾਲਾ ਗੁਰੂ ਉਹ ਵੀ ਉਹੀ ਆ। ਤੇ ਅੱਗੇ ਜਿਹੜਾ ਹੈਗਾ ਉਹ ਕਿਸ ਤਰੀਕੇ ਦੇ ਨਾਲ ਰਸਤਾ ਪਾਰ ਕਰਨਾ ਹੈ, ਪਰਲੇ ਕਿਨਾਰੇ ਜਾਣਾ ਹੈ, ਪਾਰਾਵਾਰ ਜਿਹੜਾ ਹੈਗਾ ਉਹ ਵੀ ਮਾਲਕ ਪਰਮਾਤਮਾ ਹੀ ਦੱਸਦਾ ਹੈ ਭਾਈ। ਜੋ ਘਾਟ ਹੈਗਾ ਜਿੱਥੇ ਤੱਕ ਆਪਣੀ ਯਾਤਰਾ ਹੈਗੀ ਆਤਮਾ ਦੀ, ਉਹ ਮਾਲਕ ਪਰਮਾਤਮਾ ਹੀ ਦੱਸਣ ਵਾਲਾ। ਹਾਂਜੀ ਵੀਰ ਜੀ। ਤੁਹਾਡੀ ਆਵਾਜ਼ ਬੰਦ ਹੋ ਗਈ ਗੋਰਖੀ ਸਾਹਿਬ। ਆਈ ਆਵਾਜ਼ ਨਾ? ਆ ਗਈ ਜੀ, ਆ ਗਈ।
ਕਹਿੰਦੇ ਟੀਚਰ ਵੀ ਆਪ ਆ, ਸਟੂਡੈਂਟ ਵੀ ਆਪ ਆ, ਫਿਰ ਉਹ ਦੱਸਦਾ ਵੀ ਆ ਕਿ ਬਈ ਇਹ ਤਰੀਕਾ ਹੈਗਾ ਇਹ ਪੇਪਰ ਪਾਸ ਕਰਨ ਦਾ। ਤੇ ਤੁਹਾਨੂੰ ਤੇ ਦੱਸਿਆ ਪੇਪਰ ਪਾਸ ਕਰਨ ਦਾ ਇੱਕੋ ਹੀ ਤਰੀਕਾ ਹੈ, ਤੁਸੀਂ ਜਿਹੜਾ ਧਰਮ ਦਾ ਤਰਾਜੂ ਉਹਨੂੰ ਸਹੀ ਕਰ ਲਓ, ਹੋਰ ਤੇ ਕੁਛ ਵੀ ਨਹੀਂ ਆ। ਇਸ ਤੋਂ ਬਾਅਦ ਤੇ ਕੁਛ ਵੀ ਕਰਨ ਦੀ ਲੋੜ ਨਹੀਂ। ਬੰਦਾ ਚਿੰਤਾ ਦੇ ਵਿੱਚ ਪਤਾ ਕਿਹੜਾ ਮਰਦਾ ਹੈ, ਜਿਹਨੇ ਆਪਣਾ ਧਰਮ ਦਾ ਤਰਾਜੂ ਸੈੱਟ ਨਹੀਂ ਕੀਤਾ। ਕਿਉਂਕਿ ਜਿਵੇਂ ਜਿਵੇਂ ਮੌਤ ਕਰੀਬ ਆਉਂਦੀ ਹੈ ਨਾ, ਤੇ ਬੰਦੇ ਦੀ ਜਿਹੜੀ ਨਾ ਫਿਲਮ ਘੁੰਮਦੀ ਹੈ, ਪਤਾ ਲੱਗਦਾ ਹੈ ਬੰਦੇ ਨੂੰ। ਐਡਾ ਕੁਛ ਸ਼ਦਾਈ ਥੋੜੀ ਹੁੰਦਾ ਬੰਦਾ, ਜਦੋਂ ਮਰਦਾ ਹੈ ਨਾ ਤੁਹਾਨੂੰ ਪਤਾ ਲੱਗਦਾ ਹੈ ਕਿ ਜੀਵਨ ਨੂੰ ਮੈਂ ਵੇਸਟ ਕੀਤਾ ਹੈ ਕਿ ਜਾਂ ਇਹਨੂੰ ਯੂਜ਼ ਕੀਤਾ ਜਾਂ ਇਹਨੂੰ ਮਿਸ ਯੂਜ਼ ਕੀਤਾ, ਪਤਾ ਲੱਗਦਾ ਬੰਦਾ। ਇਹ ਚੀਜ਼ਾਂ ਹੁੰਦੀਆਂ ਨੇ। ਫਿਰ ਆਖਰ ਦੇ ਵਿੱਚ ਵੇਖੋ ਨਾਨਕ ਜਿਸਾ ਤੁਕ ਬੋਲ ਦੋ, ਜਨ ਨਾਨਕ ਨਾਮ ਧਿਆਇਆ। ਹਾਂ, ਇਹ ਤਾਂ ਬਹੁਤ ਕਮਾਲ ਦੀ ਤੁਕ ਹੈ। ਗੁਰੂ ਸਾਹਿਬ ਕਹਿੰਦੇ ਜਨ ਨਾਨਕ ਨਾਮ ਧਿਆਏ। ਤੂੰ ਕਹਿ ਰਹੇ, ਆਪਣੇ ਆਪ ਨੂੰ ਕਹਿ ਰਹੇ ਆ ਬਈ ਤੂੰ ਨਾ ਅਵੇਸਲਾ ਹੋ, ਤੂੰ ਹੁਣ ਆ ਗਿਆਨ ਲੈ ਲਿਆ, ਤੈਨੂੰ ਆ ਗਿਆਨ ਮਿਲ ਗਿਆ ਤੇ ਤੂੰ ਅਵੇਸਲਾ ਨਾ ਹੋ ਭਾਈ। ਤੂੰ ਆਪਣੀ ਜਰਨੀ ਜਿਹੜੀ ਹੈਗੀ ਦਬਾ ਦਬ ਕਰ ਲਾ। ਕੀ ਪਤਾ ਕਿਹੜੇ ਟਾਈਮ ਜਿਹੜਾ ਹੈਗਾ ਇਹ ਸਵਾਸ ਜਿਹੜੇ ਹੈਗੇ ਇਹ ਸਵਾਸਾਂ ਦੀ ਕੜੀ ਟੁੱਟ ਜਾਣੀ ਹੈ। ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕਾਟ। ਔਰ ਇਸੇ ਦੇ ਨਾਲ ਜਿਹੜਾ ਹੈਗਾ ਤੇਰਾ ਲੇਖਾ ਜੋਖਾ ਇਹ ਸਾਰੇ ਦੇ ਸਾਰਾ ਤੂੰ ਨਿਰਮਲ ਹੋਣਾ ਹੈ, ਸਾਰੇ ਬੱਜਰ ਪਾਪ ਤੇਰੇ ਦੂਰ ਹੋਣੇ ਆ ਭਾਈ। ਹਾਂਜੀ ਗੁਰੂ ਸਾਹਿਬ। ਹਾਂ ਠੀਕ ਹੈ ਜੀ। ਫਿਰ ਉਹ ਕਹਿੰਦੇ ਆ ਕਿ ਇਹਨੂੰ ਜਿਹੜਾ ਕਿਲ ਵਿਖ ਆ ਇਹਨੂੰ ਖਤਮ ਕਰਨਾ ਬੜਾ ਜ਼ਰੂਰੀ ਹੈ। ਕਿਉਂਕਿ ਇਹ ਜਦ ਤੱਕ ਤੇਰਾ ਧਰਮ ਦਾ ਤਰਾਜੂ ਨਹੀਂ ਸੈੱਟ ਹੁੰਦਾ, ਧਰਮ ਦਾ ਤਰਾਜੂ ਖਰਾਬ ਕਰਨ ਦੇ ਲਈ ਕੌਣ ਜ਼ਿੰਮੇਵਾਰ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਪਣੀਆਂ ਇੱਛਾਵਾਂ। ਚਿੱਤ ਦੇ ਵਿੱਚ ਇੱਛਾਵਾਂ ਹੈਗੀਆਂ ਨੇ, ਇਹਨਾਂ ਦੀਆਂ ਇੱਛਾਵਾਂ ਨੇ। ਕਿਉਂਕਿ ਇਹ ਚਿੱਤ ਤੇ ਕਬਜ਼ਾ ਕਰਦੇ ਨੇ। ਕਿਤੇ ਕਾਮ ਆ ਜਾਂਦਾ ਹੈ, ਕਿਤੇ ਕ੍ਰੋਧ ਆ ਜਾਂਦਾ ਹੈ, ਲੋਭ ਆ ਜਾਂਦਾ ਹੈ, ਮੋਹ ਆ ਜਾਂਦਾ ਹੈ, ਕਦੇ ਹੰਕਾਰ ਆ ਜਾਂਦਾ ਹੈ। ਇਹਨਾਂ ਦੇ ਵਿਚਾਰ ਹੀ ਆਉਂਦੇ ਨੇ, ਇਹ ਆਪ ਥੋੜੀ ਆਉਂਦੇ ਨੇ। ਇਹਨਾਂ ਦੇ ਵਿਚਾਰ ਆਉਂਦੇ ਆ ਔਰ ਇਹ ਜਿਹੜੇ ਹੈਗੇ ਆਪਾਂ ਨੂੰ ਅਨਬੈਲੈਂਸ ਕਰ ਦਿੰਦੇ ਆ। ਫਿਰ ਆਪਾਂ ਜਿਹੜੇ ਹੈਗੇ ਆ ਫਿਰ ਆਪਾਂ ਆਪਣੀ ਜਿਹੜੇ ਹੈਗੇ ਉਹ ਤਰਾਜੂ ਜਿਹੜਾ ਹੈਗਾ ਉਹ ਵਿਗਾੜ ਦਿੰਦੇ ਆ ਆਪਾਂ। ਹਾਂਜੀ ਵੀਰ। ਹਾਂ, ਤੇ ਧਿਆਨ ਸਿਮਰਨ ਦਾ ਮਤਲਬ ਕਿ ਰਾਤ ਨੂੰ ਜਾਂ ਸਵੇਰੇ ਉੱਠ ਕੇ ਕਰੀ ਆਪਣਾ ਤਰਾਜੂ ਸੈੱਟ ਕਰ ਲਓ, ਬਸ ਇੰਨੀ ਗੱਲ ਜੇ। ਮੇਰਾ ਖਰਾਬ ਹੋਇਆ ਹੈ। ਨਿੱਜਰ ਸਾਹਿਬ, ਹਾਂਜੀ ਹਾਂਜੀ, ਉਹ ਸਰਕਾਰ ਵੱਲੋਂ ਆਉਂਦੇ ਨਾ, ਉਹ ਜਿਹੜੇ ਵੱਟਿਆਂ ਦੇ ਥੱਲੇ ਮੋਹਰ ਮਾਰ ਕੇ ਜਾਂਦੇ। ਹਾਂ ਬਿਲਕੁਲ ਸਹੀ ਆ, ਚੈੱਕ ਕਰਕੇ ਜਾਂਦੇ ਆ। ਇੱਕ ਤੋਂ ਬਰਾਬਰ ਜੋਖਣ ਨੇ। ਇਹ ਕਹਿੰਦੇ ਨੇ ਕਿ ਇਹ ਜਿਹੜਾ ਸੰਸਾਰ ਹੈ ਇੱਥੇ ਕਾਲਖ ਚਿੰਬੜ ਜਾਂਦੀ ਹੈ, ਤਰਾਜੂ ਖਰਾਬ ਹੋ ਜਾਂਦਾ ਹੈ, ਤੈਨੂੰ ਧਿਆਨ ਸਿਮਰਨ ਕਰ, ਤੈਨੂੰ ਸੈੱਟ ਕਰਦਾ ਪਰ ਮੁੜ ਕੇ ਬਰਾਬਰ ਵਸਤੂ ਦੇਈ ਜਾ ਤੇ ਫਿਰ ਤੇ ਕੋਈ ਪ੍ਰੋਬਲਮ ਥੋੜੀ ਨਿੱਜਰ ਸਾਹਿਬ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਸਾਰਾ ਦਿਨ ਜੋਖੀ ਜਾ, ਪਰ ਪ੍ਰੋਬਲਮ ਤੇ ਉਦੋਂ ਹੋਣੀ ਤੂੰ ਜਿਸ ਤਰ੍ਹਾਂ ਵੱਟਾ ਜਿਹੜਾ ਅਪਡੇਟਡ ਨਹੀਂ ਕੀਤਾ ਤੂੰ ਪਹਿਲੇ ਹੀ ਫਿਰਨਾ ਪੁਰਾਣਾ। ਤੇ ਉਹ ਵੇਖੇ ਲੋਕਾਂ ਨੇ ਕਿੰਨਾ ਘਸਾ ਕੇ ਵੱਟੇ ਰੱਖੇ ਹੁੰਦੇ ਆ। ਉਹ 10-20 ਗ੍ਰਾਮ ਨਾਲ ਕੀ ਫਰਕ ਪੈਣਾ? ਬਿਲਕੁਲ। ਪਰ ਉਹ ਬਸ ਉਹਦੀ ਦ੍ਰਿਸ਼ਟੀ ਚ ਉਹੀ ਬੜਾ ਮਾਰ ਹੈਗੀ ਹੈ ਕਿ ਸ਼ਾਮੀ ਮੈਂ 2 ਕਿਲੋ ਗੰਢੇ ਘੱਟ ਜੋਗ ਦੂੰਗਾ, ਪਰ ਉੱਥੇ ਇਹ ਨਹੀਂ ਸੋਚਦਾ ਕਿ ਤੂੰ ਪੈਸੇ ਪੂਰੇ ਲਏ ਫਿਰ ਘੱਟ ਕਿਉਂ ਜੋਗਦਾ ਹੈ। ਜਾਂ ਉਹਨੂੰ ਕਹਿ ਦੇ ਕਿ ਭਈ 1-2 ਰੁਪਏ ਵੱਧ ਦੋ, ਮੈਨੂੰ ਘਾਟਾ ਪੈਂਦਾ, ਇਹ ਗੱਲ ਵੱਖਰੀ ਹੈ ਨਾ। ਬਿਲਕੁਲ, ਇਹੋ ਗੱਲਬਾਤ ਹੈ, ਹੋਰ ਤੇ ਗੱਲ ਕੁਛ ਨਹੀਂ। ਅੱਜ ਦੀ ਵਿਚਾਰ ਇੱਥੇ ਸਮਾਪਤ ਸਾਧ ਸੰਗਤ ਜੀ। ਹਾਂਜੀ, ਇਹ ਵਾਰ ਪੂਰੀ ਹੋ ਗਈ ਜੀ, ਅੱਗੇ ਫਿਰ ਹੋਰ ਦੂਸਰੀ ਕੋਈ ਵਾਰ ਦੀ ਵਾਰੀ ਆਏਗੀ। ਹਾਂਜੀ ਠੀਕ ਹੈ ਸੰਗਤ ਜੀ। ਇੱਥੇ ਆਪਾਂ ਜੋ ਲਾਸਟ ਤੇ ਜੋ ਰਿਜ਼ਲਟ ਕੱਢਿਆ ਉਹ ਇਹ ਆ ਕਿ ਆਪਾਂ ਆਪਣੇ ਜੀਵਨ ਨੂੰ ਵੇਖੀਏ, ਜਿੱਥੇ ਕੰਮ ਕਰਨ ਦੀ ਲੋੜ ਆ ਉੱਥੇ ਆਪਣੇ ਆਪ ਨਾਲ ਐਗਰੀਮੈਂਟ ਕਰੀਏ, ਵਾਅਦਾ ਕਰੀਏ, ਕਿਉਂਕਿ ਟੀਚਰ ਵੀ ਆਪਾਂ ਵਾਂ, ਉਸਤਾਦ ਵੀ ਆਪਾਂ ਵਾਂ, ਕੋਈ ਵੱਖਰਾ ਬੰਦਾ ਤੇ ਆਉਣਾ ਨਹੀਂ, ਹਨਾ। ਬਿਲਕੁਲ, ਵਾਅਦਾ ਸਾਨੂੰ ਆਪਣੇ ਆਪ ਨਾਲ ਹੀ ਕਰਨਾ ਪੈਣਾ। ਬਦਲਣਾ ਵੀ ਦੁਨੀਆ ਤੇ ਇੱਕੋ ਹੀ ਬੰਦੇ ਨੇ ਜੀ, ਉਹ ਹੈਗਾ ਮੈਂ। ਬਸ ਬਿਲਕੁਲ ਸਹੀ ਗੱਲ ਆ। ਗੁਰੂ ਨਾਨਕ ਪਾਤਸ਼ਾਹ ਜੀ ਇਹ ਗੱਲ ਕਲੀਅਰ ਕਰਕੇ ਗਏ, ਉਹ ਤੁਹਾਨੂੰ ਬਦਲਣ ਵਾਸਤੇ ਨਹੀਂ ਕਹਿ ਕੇ ਗਏ, ਉਹ ਕਹਿੰਦੇ ਮੈਂ ਬਦਲਣਾ, ਆਪਣੇ ਆਪ ਦੀ ਗੱਲ ਕਰ ਰਹੇ ਸੀ ਉਹ। ਆ ਦੇਖੋ ਨਾ ਗੁਰਕੀ ਸਾਹਿਬ, ਤੀਸਰੀ ਪਾਤਸ਼ਾਹੀ ਆਖਰੀ ਲਾਈਨ ਦੇਖੋ, ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕਾਟ। ਦੇਖੋ ਸਹੀ ਤਾਂ ਕਹਿ ਰਹੇ ਹੋ। ਪਤਾ ਉਹਨਾਂ ਨੂੰ ਆ ਕਿ ਬਦਲਣਾ ਤੇ ਮੈਂ ਹੀ ਆ, ਮੈਂ ਦੂਜਿਆਂ ਥੋੜੀ ਕਹਿੰਦੇ ਆ, ਪਰ ਇਹ ਜਿਹੜੇ ਬਾਬੇ ਬੂਬੇ ਉਹ ਕਹਿੰਦੇ ਤੁਸੀਂ ਬਦਲੋ। ਬਸ ਉਹ ਕਹਿੰਦੇ ਨਹੀਂ, ਮੈਂ ਹੀ ਬਦਲਣਾ ਹੈ, ਕਿਉਂਕਿ ਦੁਨੀਆ 'ਚ ਇੱਕ ਹੀ ਚੀਜ਼ ਤੇ ਬਦਲ ਸਕਦੀ ਹੈ, ਉਹ ਹੈ ਮੈਂ, ਹੋਰ ਤੇ ਕਿਸੇ ਨੇ ਨਹੀਂ ਜੋ ਬਦਲਣਾ।
ਅੱਜ ਦੀ ਵਿਚਾਰ ਇੱਥੇ ਸਮਾਪਤ ਜੀ। ਹਾਂਜੀ ਵੀਰ ਜੀ, ਬਹੁਤ ਨਾ ਸੰਗਤ ਜੀ, ਅੱਜ ਤਾਂ ਜਿਹੜਾ ਹੈਗਾ ਨਾ, ਬਹੁਤ ਮਾਲਕ ਨੇ ਨਾ ਬਹੁਤ ਮਿਹਰ ਕਰਕੇ ਜਿਹੜੀ ਹੈਗੀ ਆ ਨਾ, ਇਹ ਆਪਾਂ ਨੂੰ ਜਿਹੜੀ ਵਿਚਾਰ ਦਿੱਤੀ ਆ, ਇਹਨੂੰ ਜ਼ਰੂਰ ਇਹਨੂੰ ਸਮਾਂ ਦੁਬਾਰਾ ਦਿਓ। ਔਰ ਇਹਨੂੰ ਜਿਹੜਾ ਹੈਗਾ, ਜਿਹੜੇ ਵੀ ਹੈ ਕੋਈ ਹੱਕਦਾਰ ਜਾਂ ਕਹਿ ਲਓ, ਜਾਂ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਆ, ਉਹਨਾਂ ਤੱਕ ਪਹੁੰਚਾਓ। ਇੰਨੀ ਕੁ ਬੇਨਤੀ ਹੈਗੀ ਜੀ। ਹਾਂਜੀ ਗੋਲਡੀ ਸਾਹਿਬ। ਹਾਂਜੀ ਠੀਕ ਹੈ ਜੀ। ਬਾਕੀ ਸਾਧ ਸੰਗਤ ਜੀ ਲਿਖਿਆ ਤੇ ਇਹੋ ਹੀ ਕੁਛ ਹੈ, ਜਿੰਨੀ ਮਰਜ਼ੀ ਤੁਸੀਂ ਬਾਣੀ ਪੜ੍ਹ ਲਓ, ਆਖਰ ਤੇ ਗੱਲ ਜਿਹੜੀ ਹੈ ਨਾ, ਉਹ ਗੱਲ ਸਾਡੇ ਤੇ ਘੁੰਮ ਘਮਾ ਕੇ ਆਈ ਜਾਂਦੀ। ਉਹਦੇ 'ਚ ਕੋਈ ਸਵਾਲ ਹੀ ਸਾਡਾ ਹੈ ਨਾ, ਕਿਸੇ ਦੀ ਗੱਲ ਕੀਤੀ ਹੈ ਤੇ ਨਾ ਹੀ ਕਰਨ ਦੀ ਲੋੜ ਹੈ। ਆਪਾਂ ਆਪਣੇ ਤੇ ਜ਼ਿਆਦਾ ਧਿਆਨ ਦੇਈਏ ਤੇ ਜ਼ਿਆਦਾ ਚੰਗੇ ਰਵਾਂਗੇ। ਇਹੋ ਹੀ। ਤੇ ਜੇ ਆਪਾਂ ਸੋਚੀਏ ਨਾ ਕਿ ਦੁਨੀਆ ਬਦਲ ਦਾਂਗੇ, ਏਦਾਂ ਕਰ ਦਾਂਗੇ, ਤੇ ਏਦਾਂ ਦਾ ਕੁਛ ਨਹੀਂ ਹੋਣਾ। ਇੱਕ ਕੰਮ ਕੀਤਾ ਜਾ ਸਕਦਾ ਹੈ। ਆਪਾਂ ਉਹ ਦੋ ਹੈਗੇ ਨੇ, ਮਹਾਤਮਾ ਬੁੱਧ ਦੇ ਮਰਨ ਤੋਂ ਬਾਅਦ ਨਾ ਦੋ ਚੀਜ਼ਾਂ ਬਣ ਗਈਆਂ, ਇੱਕ ਹੀਣ ਜਾਣ ਤੇ ਇੱਕ ਮਹਾਯਾਨ। ਤੇ ਜਿਹੜੇ ਹੀਣ ਜਾਣ ਵਾਲੇ ਸੀ, ਉਹ ਕਹਿੰਦੇ ਆ ਕਿ ਬਈ ਤੂੰ ਕੱਲਾ ਇਹ ਭਵ ਸਾਗਰ ਤੋਂ ਅੱਗੇ ਲੰਘ ਜਾ, ਤੇ ਬਾਕੀ ਜਦੋਂ ਤੂੰ ਲੰਘ ਗਿਆ ਤੇਰੇ ਵੱਲ ਵੇਖ ਕੇ ਦੂਜੇ ਵੀ ਆ ਜਾਣਗੇ। ਤੇ ਮਹਾਯਾਨ ਵਾਲੇ ਕਹਿੰਦੇ ਨਹੀਂ, ਆਪਾਂ ਪੂਰਾ ਜਹਾਜ਼ ਲੱਦਣਾ, ਫਿਰ ਜਾਣਾ ਭਵ ਸਾਗਰ ਤੋਂ ਪਾਰ ਲੰਘਾਂਗੇ। ਉਹ ਕਹਿੰਦਾ ਕਿ ਨਹੀਂ, ਕਿਉਂਕਿ ਤੇਰੇ ਜਹਾਜ਼ ਤੇ ਚੜ੍ਹਨਾ ਨਹੀਂ ਕਿਸੇ ਨੇ, ਬੜਾ ਔਖਾ ਹੈ, ਕਨਵਿੰਸ ਕਰਨਾ ਬੜਾ ਔਖਾ ਹੈ, ਔਰ ਉਹਦੇ ਨਾਲ ਕੀ ਹੋਊਗਾ, ਤੇਰਾ ਸਫ਼ਰ ਜਿਹੜਾ ਡਿਲੇ ਹੋ ਜਾਏ। ਇਸ ਕਰਕੇ ਉਹ ਹਰ ਕੋਈ, ਉਹ ਵੀ ਸਹੀ ਨੇ ਤੇ ਉਹ ਵੀ ਸਹੀ। ਤੇ ਆਪਾਂ ਏਦਾਂ ਕਰੀਏ, ਆਪੋ ਆਪਣੀ ਕਿਸ਼ਤੀ ਕੱਢੀਏ, ਆਪਾਂ ਚੱਲੀਏ ਹੌਲੀ ਹੌਲੀ ਕਰਕੇ। ਜਦੋਂ ਆਪਾਂ ਤੁਰ ਪਏ ਨਾ, ਦੇਖੋ ਗੱਲ ਤੇ ਤੁਰਨ ਦੀ, ਜਦੋਂ ਆਪਾਂ ਸਟਾਰਟ ਕਰਦਾ ਨਾ ਕੰਮ, ਤੇ ਕੰਮ ਪੂਰਾ ਹੋ ਜਾਣਾ। ਹਾਂ ਠੀਕ ਹੈ, ਅੱਜ ਦੀ ਵਿਚਾਰ ਇੱਥੇ ਸਮਾਪਤ। ਠੀਕ ਹੈ, ਬਹੁਤ ਵਧੀਆ ਜੀ, ਬਹੁਤ ਵਧੀਆ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ, ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਬਾਣੀ ਸਰਵਣ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਅਤੇ ਗਲਤੀਆਂ ਹੋ ਗਈਆਂ ਨੇ, ਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੀ। ਮੇਰੇ ਪਿਤਾ ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮੇਰੇ ਪਿਤਾ ਦੋ ਅਰਦਾਸਾਂ ਨੇ, ਇੱਕ ਤੇ ਇੱਕ ਆਪਣੇ ਸਾਧਕ ਨੇ, ਉਹਨਾਂ ਨੇ ਅਰਦਾਸ ਕਰਾਉਣੀ ਹੈ। ਇੱਕ ਬੱਚਾ ਹੈ ਜੋ ਕੋਮਾ ਦੇ ਵਿੱਚ ਚਲ ਗਿਆ ਹੈ, ਆਪ ਉਹਨੂੰ ਬੁੱਝੀ ਬਖਸ਼ੋ, ਜੋ ਵੀ ਉਹਦੇ ਕਰਮ ਹਨ ਉਹਨਾਂ ਨੂੰ ਕੱਟੋ ਤੇ ਉਹਨਾਂ ਨੂੰ ਇੱਕ ਨੋਰਮਲ ਜੀਵਨ ਬਖਸ਼ੋ। ਇੱਕ ਮੇਰੇ ਪਿਤਾ ਹੋਰ ਅਰਦਾਸ ਆਈ ਹੈ, ਇੱਕ ਭਰਾ ਆਪਣੇ ਛੋਟੇ ਭਰਾ ਦੀ ਅਰਦਾਸ ਕਰਾਉਣਾ ਚਾਹੁੰਦਾ ਹੈ। ਉਹ ਛੋਟਾ ਭਰਾ ਮਾਨਸਿਕ ਰੋਗ ਦੇ ਕਰਕੇ ਥੋੜਾ ਪਰੇਸ਼ਾਨ ਹੈ, ਤੇ ਆਪ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਹੈ ਕਿ ਆਪ ਨੂੰ ਸਮਤ ਬਖਸ਼ੋ, ਤਾਂ ਜੋ ਉਹ ਆਪਣੇ ਜੀਵਨ ਨੂੰ ਸਮਝ ਸਕੇ ਔਰ ਸਹੀ ਤਰੀਕੇ ਨਾਲ ਜੀਵਨ ਬਤੀਤ ਕਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। 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 ਵਾਹਿਗੁਰੂ।
ਵਾਹਿਗੁਰੂ 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 ਸਾਧ ਸੰਗਤ ਜੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।